हाँ जी स्टूडेंट्स, ਅੱਜ ਅਸੀਂ ਆਪਣੀ +1 ਕਲਾਸ ਇੰਗਲਿਸ਼ ਕੰਪਲਸਰੀ ਦੇ ਸੈਕਸ਼ਨ ਸੀ ਦੀ 5ਵੀਂ ਸਟੋਰੀ ਦਾ ਪੰਚ ਪਰਮੇਸ਼ਵਰ, ਜਿਸ ਨੂੰ ਕਿ ਮੁਨਸ਼ੀ ਪ੍ਰੇਮਚੰਦ ਨੇ ਲਿਖਿਆ ਹੋਇਆ ਹੈ, ਇਸ ਸਟੋਰੀ ਦੇ ਅਸੀਂ ਅੱਜ ਸ਼ਾਰਟ ਆਨਸਰ ਟਾਈਪ ਕੁਐਸਚਨਸ ਕਵਰ ਕਰਾਂਗੇ। ਇਹ ਵੀਡੀਓ ਇਸ ਸਟੋਰੀ ਦੀ ਸੀਰੀਜ਼ ਦੀ ਸਾਡੀ ਤੀਸਰੀ ਵੀਡੀਓ ਹੋਏਗੀ। ਸਟੂਡੈਂਟਸ, ਇਸ ਸਟੋਰੀ ਦੀ ਸੀਰੀਜ਼ ਦੇ ਸਾਡੇ ਪਹਿਲੇ ਵੀਡੀਓ ਦੇ ਵਿੱਚ ਅਸੀਂ ਇਸ ਸਟੋਰੀ ਦੇ ਰਾਈਟਰ ਮੁਨਸ਼ੀ ਪ੍ਰੇਮਚੰਦ ਜੀ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਲਿਖਿਆ ਹੋਇਆ ਹੈ ਉਸ ਨੂੰ ਅਸੀਂ ਪੜ੍ਹਿਆ ਅਤੇ ਨਾਲ ਹੀ ਸਟੋਰੀ ਦੇ ਆਲਮੋਸਟ ਹਾਫ ਟੈਕਸਟ ਨੂੰ ਅਸੀਂ ਚੰਗੀ ਤਰ੍ਹਾਂ ਸਮਝਿਆ। ਤਾਂ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਬੱਚਿਓ, ਇਸ ਸਟੋਰੀ ਦੇ ਵਿੱਚ ਜਿੰਨੇ ਵੀ ਡਿਫਿਕਲਟ ਵਰਡਸ, ਫਰੇਜ਼ਿਸ, ਫਰੇਜ਼ਲ ਵਰਬਸ ਜਾਂ ਹੋਰ ਜਿਹੜੀਆਂ ਲਿਟਰੇਰੀ ਟਰਮਸ ਆਈਆਂ ਨੇ ਉਹ ਮੈਂ ਤੁਹਾਨੂੰ ਨਾਲ ਦੀ ਨਾਲ ਐਕਸਪਲੇਨ ਕੀਤੀਆਂ ਨੇ ਅਤੇ ਤੁਹਾਨੂੰ ਈਜ਼ੀ ਲੈਂਗੁਏਜ ਦੇ ਵਿੱਚ ਉਹਨਾਂ ਦੇ ਮੀਨਿੰਗ ਵੀ ਦੱਸੇ ਹਨ। ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਾਲੇ ਹਿੱਸੇ ਦੇ ਵਿੱਚ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜੋ ਟੈਕਸਟ ਸਮਝਾਈ ਸੀ ਉਸ ਦੇ ਨਾਲ ਰਿਲੇਟਿਡ ਇੱਕ MCQ ਟਾਈਪ ਆਬਜੈਕਟਿਵ ਕੁਇਜ਼ ਉਸ ਦਾ ਲਿੰਕ ਵੀ ਪ੍ਰੋਵਾਈਡ ਕੀਤਾ ਸੀ, ਜਿਸ ਲਿੰਕ ਤੇ ਜਾ ਕੇ ਤੁਸੀਂ ਇਹ ਸਾਰੇ ਮਲਟੀਪਲ ਚੁਆਇਸ ਕੁਐਸਚਨਸ ਅਟੈਂਪਟ ਕੀਤੇ ਨੇ। ਮੈਂ ਤੁਹਾਡੇ ਆਨਸਰਸ ਦੀ ਫੀਡਬੈਕ ਨਾਲ ਦੀ ਨਾਲ ਤੁਹਾਨੂੰ ਪ੍ਰੋਵਾਈਡ ਕੀਤੀ ਹੈ। ਉਮੀਦ ਹੈ ਬੱਚਿਓ ਕਿ ਤੁਸੀਂ ਇਹ ਵਾਲਾ ਕੁਇਜ਼ ਜ਼ਰੂਰ ਅਟੈਂਪਟ ਕੀਤਾ ਹੋਏਗਾ। ਤਾਂ ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰਾ ਟੈਕਸਟ ਦੇਖ ਸਕਦੇ ਹੋ। ਇਸੇ ਤਰ੍ਹਾਂ ਸਟੂਡੈਂਟਸ, ਇਸ ਸਟੋਰੀ ਦੇ ਦੂਸਰੇ ਵੀਡੀਓ ਦੇ ਵਿੱਚ ਮੈਂ ਸਟੋਰੀ ਦਾ ਬਾਕੀ ਰਹਿੰਦਾ ਹੋਇਆ ਟੈਕਸਟ ਸਾਰਾ ਤੁਹਾਨੂੰ ਐਕਸਪਲੇਨ ਕੀਤਾ ਹੈ ਅਤੇ ਜਿੰਨੇ ਵੀ ਲਿਟਰੇਰੀ ਵਰਡਸ, ਡਿਫਿਕਲਟ ਵਰਡਸ ਆਏ ਨੇ, ਫਰੇਜ਼ਿਸ ਆਏ ਨੇ, ਉਹਨਾਂ ਨੂੰ ਮੈਂ ਨਾਲ ਦੀ ਨਾਲ ਤੁਹਾਨੂੰ ਐਕਸਪਲੇਨ ਵੀ ਕੀਤਾ ਹੈ। ਇਸੇ ਸੈਕਿੰਡ ਵੀਡੀਓ ਦੇ ਵਿੱਚ ਆਏ ਟੈਕਸਟ ਦੇ ਨਾਲ ਰਿਲੇਟਿਡ ਮੈਂ ਇੱਕ ਹੋਰ MCQ ਬੇਸਡ ਆਬਜੈਕਟਿਵ ਟਾਈਪ ਕੁਇਜ਼ ਤਿਆਰ ਕੀਤਾ ਹੈ, ਜੋ ਕਿ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਹੈ। ਤਾਂ ਜਦੋਂ ਤੁਸੀਂ ਇਸ ਲਿੰਕ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਤੁਸੀਂ ਡਾਇਰੈਕਟਲੀ ਇਸ ਕੁਇਜ਼ ਤੇ ਪਹੁੰਚ ਜਾਂਦੇ ਹੋ ਅਤੇ ਇਸ ਕੁਇਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮੈਂ ਮਲਟੀਪਲ ਚੁਆਇਸ ਕੁਐਸਚਨਸ ਪਾਏ ਹੋਏ ਨੇ। ਤਾਂ ਮੈਨੂੰ ਪੂਰੀ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਵਾਲਾ ਸੈਕਿੰਡ ਕੁਇਜ਼ ਵੀ ਅਟੈਂਪਟ ਕੀਤਾ ਹੋਏਗਾ ਅਤੇ ਨਾਲ ਹੀ ਸਟੋਰੀ ਦਾ ਬਾਕੀ ਰਹਿੰਦਾ ਹੋਇਆ ਟੈਕਸਟ ਵੀ ਤੁਸੀਂ ਚੰਗੀ ਤਰ੍ਹਾਂ ਸਮਝ ਲਿਆ ਹੋਏਗਾ, ਕਿਉਂਕਿ ਜੇ ਸਾਨੂੰ ਟੈਕਸਟ ਅੱਛੀ ਤਰ੍ਹਾਂ ਆਉਂਦਾ ਹੈ ਬੱਚਿਓ ਤਾਂ ਅਸੀਂ ਅੱਜ ਵਾਲੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਦੇ ਆਨਸਰ ਈਜ਼ੀਲੀ ਦੇ ਸਕਦੇ ਹਾਂ। ਪਰੰਤੂ ਜੇਕਰ ਤੁਹਾਡਾ ਇਹ ਸੈਕਿੰਡ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਵਾਲਾ ਵੀਡੀਓ ਵੀ ਦੇਖ ਸਕਦੇ ਹੋ। ਸਟੂਡੈਂਟਸ, ਮੈਂ ਇਹਨਾਂ ਦੋਨਾਂ MCQ ਕੁਇਜ਼ ਦੇ ਲਿੰਕਸ ਤੁਹਾਨੂੰ ਅੱਜ ਵਾਲੇ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪ੍ਰੋਵਾਈਡ ਕਰ ਰਿਹਾ ਹਾਂ। ਤੁਸੀਂ ਇਹਨਾਂ ਦੋਨਾਂ ਲਿੰਕਸ ਤੇ ਜਾ ਕੇ ਇਹ ਵਾਲੇ ਕੁਇਜ਼ ਅਟੈਂਪਟ ਕਰ ਸਕਦੇ ਹੋ ਅਤੇ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਹ ਕੁਇਜ਼ ਜ਼ਰੂਰ ਸੋਲਵ ਕਰਕੇ ਦੇਖੋ। ਇਸ ਦੇ ਨਾਲ ਤੁਹਾਡੀ ਚੈਪਟਰ ਦੇ ਪ੍ਰਤੀ ਪਕੜ ਜ਼ਿਆਦਾ ਮਜ਼ਬੂਤ ਹੋਏਗੀ। ਮੈਂ ਤੁਹਾਨੂੰ ਤੁਹਾਡੇ ਦਿੱਤੇ ਗਏ ਆਨਸਰਸ ਦੀ ਫੀਡਬੈਕ ਨਾਲ ਦੀ ਨਾਲ ਪ੍ਰੋਵਾਈਡ ਕਰਾਂਗਾ। ਸਟੂਡੈਂਟਸ, ਸਾਡੀ ਸਟੋਰੀ ਦੇ ਟੈਕਸਟ ਤੋਂ ਬਾਅਦ ਕੰਪਰੀਹੈਂਸ਼ਨ ਕੁਐਸਚਨਸ ਵਾਲੀ ਪਹਿਲੀ ਐਕਸਰਸਾਈਜ਼ ਦੇ ਵਿੱਚ ਸਾਨੂੰ ਸ਼ਾਰਟ ਆਨਸਰ ਟਾਈਪ ਕੁਐਸਚਨਸ ਦਿੱਤੇ ਹੋਏ ਨੇ। ਜਿਵੇਂ ਕਿ ਤੁਹਾਨੂੰ ਬੱਚਿਓ ਪਤਾ ਹੈ ਕਿ ਐਗਜ਼ਾਮੀਨੇਸ਼ਨ ਦੇ ਵਿੱਚ ਇਹ 2 ਨੰਬਰ ਦੇ ਕੁਐਸਚਨਸ ਪੁੱਛੇ ਜਾਂਦੇ ਨੇ। ਤਾਂ ਇਸ ਐਕਸਰਸਾਈਜ਼ ਦੇ ਵਿੱਚ ਟੋਟਲ 10 ਕੁਐਸਚਨਸ ਨੇ, ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ। ਤਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ 10 ਦੇ 10 ਕੁਐਸਚਨਸ ਡਿਸਕਸ ਕਰਾਂਗੇ। ਮੈਂ ਆਪਣੇ ਵੱਲੋਂ ਇਹਨਾਂ ਦੇ ਆਨਸਰਸ ਬਹੁਤ ਹੀ ਸਿੰਪਲ ਸੈਂਟੈਂਸਿਸ ਦੇ ਵਿੱਚ ਬਣਾਏ ਨੇ ਅਤੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹਨਾਂ ਨੂੰ ਯਾਦ ਕਰਨ ਦੇ ਵਿੱਚ ਅਤੇ ਸਮਝਣ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਏਗੀ। ਤਾਂ ਸਟੂਡੈਂਟ, ਸਾਡਾ ਪਹਿਲਾ ਸ਼ਾਰਟ ਆਨਸਰ ਟਾਈਪ ਕੁਐਸਚਨ ਹੈ ਕਿ ਵਾਟ ਡੂ ਯੂ ਨੋ ਅਬਾਊਟ ਦਾ ਫਰੈਂਡਸ਼ਿਪ ਆਫ ਜੁਮਨ ਸ਼ੇਖ ਐਂਡ ਅਲਗੂ ਚੌਧਰੀ। ਜੁਮਨ ਸ਼ੇਖ ਅਤੇ ਅਲਗੂ ਚੌਧਰੀ ਦੀ ਦੋਸਤੀ ਬਾਰੇ ਤੁਸੀਂ ਕੀ ਜਾਣਦੇ ਹੋ? ਨੋ ਦਾ ਮਤਲਬ ਜਾਣਨਾ। ਤਾਂ ਸਟੂਡੈਂਟਸ, ਸਟੋਰੀ ਦੇ ਪਹਿਲੇ ਪੈਰੇ ਦੇ ਵਿੱਚ ਹੀ ਜੁਮਨ ਸ਼ੇਖ ਤੇ ਅਲਗੂ ਚੌਧਰੀ ਦੀ ਐਂਟਰੀ ਹੋ ਜਾਂਦੀ ਹੈ ਤੇ ਉਸ ਪੈਰੇ ਦੇ ਵਿੱਚ ਦੱਸਿਆ ਗਿਆ ਸੀ ਇਹ ਕਾਫੀ ਪੱਕੇ ਦੋਸਤ ਹੈ, ਇੱਕ ਦੂਜੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਹੈ। ਤਾਂ ਅਸੀਂ ਉਹੀ ਲਾਈਨਾਂ ਇਸ ਆਨਸਰ 'ਚ ਲਿਖਾਂਗੇ। ਤਾਂ ਆਨਸਰ ਹੈ ਜੀ ਕਿ ਦੇ ਇੰਜੋਇਡ ਅ ਡੀਪ ਫਰੈਂਡਸ਼ਿਪ। ਤਾਂ ਉਹਨਾਂ ਦੀ ਦੋਸਤੀ ਬਹੁਤ ਹੀ ਡੂੰਘੀ ਸੀ। ਇੱਥੇ ਡੀਪ ਦਾ ਮਤਲਬ ਹੋ ਗਿਆ ਬੱਚੋ ਡੂੰਘੀ ਅਤੇ ਫਰੈਂਡਸ਼ਿਪ ਦਾ ਮਤਲਬ ਹੋ ਗਿਆ ਦੋਸਤੀ। ਤਾਂ ਚੈਪਟਰ ਦੀ ਸਟੋਰੀ ਦੇ ਟੈਕਸਟ ਦੀ ਇਹ ਪਹਿਲੀ ਲਾਈਨ ਹੈ ਕਿ ਜੁਮਨ ਸ਼ੇਖ ਐਂਡ ਅਲਗੂ ਚੌਧਰੀ ਇੰਜੋਇਡ ਅ ਡੀਪ ਫਰੈਂਡਸ਼ਿਪ। ਤਾਂ ਮੈਂ ਤੁਹਾਨੂੰ ਐਕਸਪਲੇਨੇਸ਼ਨ ਕਰਦੇ ਹੋਏ ਦੱਸਿਆ ਸੀ ਕਿ ਆਪਾਂ ਉੱਥੇ ਇਹ ਲਾਈਨ ਲਿਖ ਸਕਦੇ ਹਾਂ ਕਿ ਦੇ ਵਰ ਵੈਰੀ ਫਾਸਟ ਫਰੈਂਡ, ਦੇ ਵਰ ਵੈਰੀ ਗੁੱਡ ਫਰੈਂਡਸ। ਪਰ ਇਹ ਜਿਹੜੀ ਲਾਈਨ ਹੈ ਕਿ ਦੇ ਇੰਜੋਇਡ ਅ ਡੀਪ ਫਰੈਂਡਸ਼ਿਪ ਥੋੜ੍ਹਾ ਜ਼ਿਆਦਾ ਅਸਰ ਪਾਉਂਦੀ ਹੈ, ਜ਼ਿਆਦਾ ਅੱਛੇ ਵਰਡ ਇਸ ਦੇ ਵਿੱਚ ਯੂਜ਼ ਕੀਤੇ ਗਏ ਨੇ। ਦੇ ਕਲਟੀਵੇਟਿਡ ਦੇਅਰ ਲੈਂਡ ਜੁਆਇੰਟਲੀ। ਤਾਂ ਇੰਨੇ ਗੂੜੇ ਦੋਸਤ ਸੀ ਕਿ ਉਹ ਇਕੱਠੇ, ਜੁਆਇੰਟਲੀ ਦਾ ਮਤਲਬ ਹੋ ਗਿਆ ਇਕੱਠੇ ਖੇਤੀਬਾੜੀ ਕਰਦੇ ਸੀ। ਆਪਣੀ ਜ਼ਮੀਨ ਦੇ ਉੱਪਰ ਉਹ ਕਲਟੀਵੇਟਿਡ ਖੇਤੀਬਾੜੀ ਕਰਦੇ ਸੀ। ਦੇ ਟਰਸਟਿਡ ਈਚ ਅਦਰ ਡੀਪਲੀ। ਉਹ ਇੱਕ ਦੂਜੇ ਉੱਪਰ ਈਚ ਅਦਰ ਡੀਪਲੀ ਬਹੁਤ ਹੀ
ਜ਼ਿਆਦਾ ਡੂੰਘਾ ਵਿਸ਼ਵਾਸ ਕਰਦੇ ਸੀ। ਟਰਸਟ ਦਾ ਮਤਲਬ ਇੱਥੇ ਵਿਸ਼ਵਾਸ ਕਰਨਾ ਹੋ ਗਿਆ। ਤਾਂ ਸਟੂਡੈਂਟਸ, ਸਟੋਰੀ ਦੇ ਪਹਿਲੇ ਪੈਰੇ ਦੇ ਵਿੱਚ ਇੱਕ ਹੋਰ ਲਾਈਨ ਆਈ ਸੀ ਜੋ ਕਿ ਬੜੀ ਵਧੀਆ ਸੀ ਕਿ ਦੇ ਡਿਡ ਨੋਟ ਸ਼ੇਅਰ ਦਾ ਸੇਮ ਰਿਲੀਜਨ ਬਟ ਦੇ ਯੂਜ਼ ਟੂ ਥਿੰਕ ਅਲਾਈਕ, ਕਿ ਉਹ ਹਾਲਾਂਕਿ ਇੱਕੋ ਉਹਨਾਂ ਦਾ ਧਰਮ ਨਹੀਂ ਸੀ। ਜੁਮਨ ਸ਼ੇਖ ਮੁਸਲਮਾਨ ਸੀ, ਅਲਗੂ ਚੌਧਰੀ ਹਿੰਦੂ ਬਿਰਾਦਰੀ ਨੂੰ ਬਿਲੋਂਗ ਕਰਦਾ ਸੀ, ਪਰੰਤੂ ਦੇ ਯੂਜ਼ ਟੂ ਥਿੰਕ ਅਲਾਈਕ, ਉਹ ਇੱਕੋ ਹੀ ਸੋਚਦੇ ਸੀ। ਉਹਨਾਂ ਦੀ ਸੋਚ ਇੱਕੋ ਸੀ, ਸੋਚ ਵੱਖੋ ਵੱਖਰੀ ਨਹੀਂ ਸੀ। ਧਰਮ ਚਾਹੇ ਉਹਨਾਂ ਦੇ ਵੱਖੋ ਵੱਖਰੇ ਸੀ, ਇਸ ਕਰਕੇ ਉਹਨਾਂ ਦੀ ਇਹ ਟਰੂ ਫਰੈਂਡਸ਼ਿਪ ਸੀ। ਦੋ ਧਰਮਾਂ ਦੇ ਦੋਸਤ ਇਸ ਤਰ੍ਹਾਂ ਦੀ ਦੋਸਤੀ ਦਿਖਾਉਂਦੇ ਆ ਤਾਂ ਆਪਾਂ ਉਸ ਨੂੰ ਟਰੂ ਮੀਨਿੰਗ ਆਫ ਫਰੈਂਡਸ਼ਿਪ ਕਹਿੰਦੇ ਆ। ਇਹ ਵੀ ਲਾਈਨ ਸਾਡੇ ਟੈਕਸਟ 'ਚ ਆਈ ਹੈ। ਸਟੂਡੈਂਟ, ਸਾਡਾ ਸੈਕਿੰਡ ਕੁਐਸਚਨ ਹੈ ਕਿ ਵਟ ਵਾਜ਼ ਦਾ ਪ੍ਰੋਬਲਮ ਆਫ ਜੁਮਨ ਸ਼ੇਖਸ ਓਲਡ ਆਂਟ, ਕਿ ਜੁਮਨ ਸ਼ੇਖ ਦੀ ਜਿਹੜੀ ਬੁੱਢੀ ਆਂਟ ਸੀ ਉਸ ਦੀ ਪ੍ਰੋਬਲਮ ਕੀ ਸੀ, ਉਸ ਦੀ ਮੁਸ਼ਕਿਲ ਕੀ ਸੀ। ਤਾਂ ਬੱਚੇ, ਉਹ ਸਟੋਰੀ ਦੇ ਸੈਕਿੰਡ ਪੈਰੇ ਦੇ ਵਿੱਚ ਜੁਮਨ ਸ਼ੇਖ ਦੀ ਆਂਟੀ ਦੀ ਐਂਟਰੀ ਹੋ ਜਾਂਦੀ ਹੈ। ਸਾਨੂੰ ਸਟੋਰੀ ਤੋਂ ਪਤਾ ਚੱਲਦਾ ਹੈ ਕਿ ਜੁਮਨ ਸ਼ੇਖ ਦੀ ਆਂਟੀ ਦਾ ਆਪਣਾ ਕੋਈ ਕਲੋਜ਼ ਰਿਲੇਟਿਵਸ ਨਹੀਂ ਸੀ। ਉਸ ਦੇ ਕੋਲੇ ਕੁੱਲ 3 ਬਿੱਗੇ ਜ਼ਮੀਨ ਸੀ। ਤਾਂ ਉਦੋਂ ਜੁਮਨ ਸ਼ੇਖ ਆਪਣੀ ਆਂਟੀ ਦਾ ਬਹੁਤ ਹੀ ਧਿਆਨ ਰੱਖਦਾ ਸੀ। ਅਸੀਂ ਚੈਪਟਰ 'ਚ ਪੜ੍ਹਿਆ ਹੈ ਕਿ ਉਸ ਨੂੰ ਉਹ ਸੰਪਚੁਅਸ ਫੂਡ ਅਤੇ ਸਵੀਟਸ ਰੋਜ਼ ਲਿਆ ਕੇ ਦਿੰਦਾ ਸੀ, ਬੜੀ ਖਾਤਰਦਾਰੀ ਕਰਦਾ ਸੀ। ਆਂਟੀ ਨੇ ਖੁਸ਼ ਹੋ ਕੇ ਜੁਮਨ ਸ਼ੇਖ ਦੇ ਨਾਮ ਆਪਣੀ ਜ਼ਮੀਨ ਲਗਾਤੀ, ਪਰ ਜਦੋਂ ਜ਼ਮੀਨ ਜੁਮਨ ਸ਼ੇਖ ਦੇ ਨਾਮ ਲੱਗੀ ਉਸ ਦਿਨ ਤੋਂ ਬਾਅਦ ਉਸ ਦਾ ਵਤੀਰਾ ਚੇਂਜ ਹੋ ਗਿਆ। ਉਹ ਜ਼ਿਆਦਾ ਕਰੂਅਲ ਅਤੇ ਇੰਡੀਫਰੈਂਟ ਹੋ ਗਿਆ। ਇਹ ਲਾਈਨਾਂ ਟੈਕਸਟ ਆਈਆਂ ਸੀ। ਉਸ ਤੋਂ ਵੀ ਜ਼ਿਆਦਾ ਮਾੜਾ ਜੁਮਨ ਸ਼ੇਖ ਦੀ ਵਾਈਫ ਨੇ ਕੀਤਾ, ਜਿਸ ਦਾ ਨਾਮ ਸੀ ਕਰੀਮਨ। ਉਹ ਕਾਫੀ ਤਿੱਖੀ ਜ਼ਬਾਨ ਵਾਲੀ ਔਰਤ ਸੀ ਅਤੇ ਟੈਕਸਟ ਦੇ ਵਿੱਚ ਇੱਕ ਲਾਈਨ ਆਈ ਸੀ ਕਿ ਉਸ ਦੀ ਇਹ ਜਿਹੜੀ ਤਿੱਖੀ ਜ਼ਬਾਨ ਹੈ ਇਹ ਰੋਟੀ ਦੇ ਨਾਲ ਇੱਕ ਮਸਾਲੇਦਾਰ ਕੜੀ ਦਾ ਕੰਮ ਕਰਦੀ ਸੀ। ਤਾਂ ਇਸ ਦੀ ਤਿੱਖੀ ਜ਼ੁਬਾਨ ਹੀ ਜੁਮਨ ਸ਼ੇਖ ਦੀ ਆਂਟੀ ਨੂੰ ਤੰਗ ਕਰਦੀ ਸੀ। ਤਾਂ ਅਸੀਂ ਉਹੀ ਲਾਈਨਾਂ ਇੱਥੇ ਲਿਖਾਂਗੇ ਕਿ ਸ਼ੀ ਹੈਡ ਟੂ ਲਿਸਨ ਟੂ ਅ ਲੋਟ ਆਫ ਅਨਹੈਪੀ ਟਾਕ ਆਫ ਕਰੀਮਨ ਐਵਰੀ ਡੇ। ਹੁਣ ਇੱਥੇ ਸ਼ੀ ਦਾ ਮਤਲਬ ਬੱਚਿਓ ਜੁਮਨ ਸ਼ੇਖ ਦੀ ਓਲਡ ਆਂਟ ਤੋਂ ਹੈ ਕਿ ਉਸ ਨੂੰ ਸੁਣਨਾ ਪੈਂਦਾ ਸੀ। ਸ਼ੀ ਹੈਡ ਟੂ ਲਿਸਨ, ਉਸ ਨੂੰ ਸੁਣਨਾ ਪੈਂਦਾ ਸੀ। ਅ ਲੋਟ ਆਫ, ਬਹੁਤ ਜ਼ਿਆਦਾ, ਅਨਹੈਪੀ ਟਾਕ, ਦੁਖੀ ਕਰਨ ਵਾਲੀਆਂ ਗੱਲਾਂ। ਇੱਥੇ ਅਨਹੈਪੀ ਟਾਕ ਦਾ ਮਤਲਬ ਹੋ ਗਿਆ ਦੁਖੀ ਕਰਨ ਵਾਲੀਆਂ ਗੱਲਾਂ, ਕਿ ਅਜਿਹੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਸੀਂ ਦੁੱਖ ਮਹਿਸੂਸ ਕਰਦੇ ਹੋ। ਤਾਂ ਅਜਿਹੀਆਂ ਅਨਹੈਪੀ ਟਾਕ ਜਿਹੜੀਆਂ ਕਿ ਕਰੀਮਨ ਉਸ ਨਾਲ ਕਰਦੀ ਸੀ, ਉਸ ਨੂੰ ਰੋਜ਼ ਸੁਣਨੀਆਂ ਪੈਂਦੀਆਂ ਸੀ। ਤਾਂ ਬੱਚਿਓ, ਅਸੀਂ ਚੈਪਟਰ 'ਚ ਪੜ੍ਹਿਆ ਕਿ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜੁਮਨ ਸ਼ੇਖ ਦੀ ਆਂਟੀ ਨੂੰ ਕਹਿੰਦੀ ਸੀ ਕਿ ਪਤਾ ਨਹੀਂ ਇਹ ਕਦ ਬੁੜੀ ਮਰੂਗੀ, ਇਸ ਨੇ ਸਾਨੂੰ 3 ਬਿੱਗੇ ਜ਼ਮੀਨ ਦੇਤਾ ਤੇ ਇਹਨੂੰ ਐਂ ਲੱਗਦਾ ਇਹਨੇ ਸਾਨੂੰ ਖਰੀਦ ਲਿਆ, ਬਿਨਾਂ ਘੀ ਤੋਂ ਦਾਲ ਦੇ ਨਾਲ ਰੋਟੀ ਨਹੀਂ ਇਹ ਖਾ ਸਕਦੀ, ਜਿੰਨਾ ਪੈਸਾ ਅਸੀਂ ਇਸ ਦੀ ਖਾਤਰਦਾਰੀ 'ਤੇ ਖਰਚ ਕਰ ਰਹੇ ਹਾਂ ਉਸ ਪੈਸੇ ਨਾਲ ਅਸੀਂ ਸਾਰੇ ਪਿੰਡ ਦੀ ਜ਼ਮੀਨ ਖਰੀਦ ਲੈਂਦੇ। ਤਾਂ ਅਜਿਹੀਆਂ ਅਨਹੈਪੀ ਟਾਕ, ਦੁੱਖ ਭਰੀਆਂ ਗੱਲਾਂ ਕਰੀਮਨ ਜੁਮਨ ਸ਼ੇਖ ਦੀ ਆਂਟ ਨੂੰ ਕਹਿੰਦੀ ਸੀ। ਤਾਂ ਨੈਚੁਰਲ ਗੱਲ ਹੈ ਬੱਚਿਓ, ਅਜਿਹੀਆਂ ਗੱਲਾਂ ਨਹੀਂ ਸਹਾਰੀਆਂ ਜਾਂਦੀਆਂ। ਇੱਕ ਇਨਸਾਨ ਦਾ ਪੇਸ਼ੈਂਸ ਹੁੰਦਾ ਹੈ, ਉਸ ਦੀ ਇੱਕ ਸੀਮਾ ਹੁੰਦੀ ਹੈ। ਤਾਂ ਜੁਮਨ ਸ਼ੇਖ ਦੀ ਆਂਟ ਦੀ ਵੀ ਇੱਕ ਸੀਮਾ ਸੀ ਪੇਸ਼ੈਂਸ ਦੀ। ਤਾਂ ਜਦੋਂ ਉਸ ਦਾ ਪੇਸ਼ੈਂਸ ਜਵਾਬ ਦੇ ਗਿਆ, ਉਸ ਤੋਂ ਟੋਲਰੇਟ ਹੋਣੀਆਂ ਬੰਦ ਹੋ ਗਈਆਂ, ਤਾਂ ਫਿਰ ਉਸ ਲਈ ਇਹ ਪ੍ਰੋਬਲਮ ਖੜੀ ਹੋ ਗਈ। ਇਸ ਕਰਕੇ ਸ਼ੀ ਕੁਡ ਨੋਟ ਟੋਲਰੇਟ ਦਿਸ ਕਾਈਂਡ ਆਫ ਟਾਕ ਨਾਓ। ਉਹ ਹੁਣ, ਨਾਓ ਦਾ ਮਤਲਬ ਹੁਣ, ਇਸ ਤਰ੍ਹਾਂ ਦੀਆਂ ਗੱਲਾਂ, ਦਿਸ ਕਾਈਂਡ ਆਫ ਟਾਕ, ਦਿਸ ਕਾਈਂਡ ਆਫ ਟਾਕ ਕਿਹੜੀਆਂ ਨੇ ਜੀ? ਆਹੀ ਅਨਹੈਪੀ ਟਾਕ, ਕਿ ਜਿਹੜੀਆਂ ਅਨਹੈਪੀ ਟਾਕ ਸੀਗੀਆਂ ਇਹਨਾਂ ਨੂੰ ਉਹ ਹੁਣ ਟੋਲਰੇਟ ਨਹੀਂ ਸੀ ਕਰ ਸਕਦੀ। ਟੋਲਰੇਟ ਦਾ ਮਤਲਬ ਬਰਦਾਸ਼ਤ ਕਰਨਾ। ਇਹ ਜਿਹੜੇ ਤਾਨੇ ਸੀਗੇ ਉਸ ਤੋਂ ਹੁਣ ਬਰਦਾਸ਼ਤ ਨਹੀਂ ਸੀ ਹੋ ਰਹੇ, ਇਹੀ ਉਸ ਦੀ ਪ੍ਰੋਬਲਮ ਸੀ। ਚੈਪਟਰ ਦਾ ਸਾਡਾ ਥਰਡ ਸ਼ਾਰਟ ਆਂਸਰ ਟਾਈਪ ਕੁਐਸਚਨ ਹੈ ਜੀ ਕਿ ਵਾਈ ਡਿਡ ਜੁਮਨ ਲਾਫ ਐਟ ਦਾ ਥ੍ਰੈਟ ਆਫ ਦਾ ਓਲਡ ਆਂਟ ਟੂ ਟੇਕ ਦਾ ਮੈਟਰ ਟੂ ਦਾ ਵਿਲੇਜ ਪੰਚਾਇਤ। ਵਾਈ ਦਾ ਮਤਲਬ ਹੁੰਦਾ ਬੱਚਿਓ ਕਿਉਂ, ਕਿ ਕਿਉਂ ਜੁਮਨ ਹੱਸਿਆ। ਲਾਫ ਦਾ ਮਤਲਬ ਹੱਸਣਾ, ਕਾਹਦੇ ਤੇ? ਐਟ ਦਾ ਥ੍ਰੈਟ, ਥ੍ਰੈਟ ਦਾ ਮਤਲਬ ਧਮਕੀ, ਧਮਕੀ ਤੇ ਹੱਸਿਆ ਜੀ। ਧਮਕੀ ਕਿਹਨੇ ਦਿੱਤੀ ਸੀ? ਆਫ ਦਾ ਓਲਡ ਆਂਟ, ਉਸ ਦੀ ਬੁੱਢੀ ਆਂਟ ਨੇ। ਕਾਹਦੀ ਧਮਕੀ ਸੀ? ਟੂ ਟੇਕ ਦਾ ਮੈਟਰ, ਕਿ ਇਹ ਮਾਮਲਾ ਲੈ ਕੇ ਜਾਏਗੀ। ਮੈਟਰ ਦਾ ਮਤਲਬ ਮਸਲਾ, ਮਾਮਲਾ। ਇਹ ਕਾਹਦਾ ਮਸਲਾ ਸੀ? ਕਿਉਂਕਿ ਉਹ ਉਸ ਤੋਂ ਮੰਥਲੀ ਅਲਾਊਂਸ ਮੰਗ ਰਹੀ ਸੀ ਕਿ ਮੇਰਾ ਹੁਣ ਤੇਰੇ ਘਰ ਗੁਜ਼ਾਰਾ ਨਹੀਂ ਸੀ ਹੋ ਰਿਹਾ, ਮੈਂ ਤੇਰੀਆਂ ਘਰ ਵਾਲੀ ਦੀਆਂ ਗੱਲਾਂ ਰੋਜ਼-ਰੋਜ਼ ਨਹੀਂ ਸੀ ਸੁਣ ਸਕਦੀ, ਤਾਂ ਮੈਨੂੰ ਤੂੰ ਮੰਥਲੀ ਅਲਾਊਂਸ ਦੇ, ਮੈਂ ਆਪਣਾ ਅਲੱਗ ਗੁਜ਼ਾਰਾ ਕਰੂੰਗੀ। ਇਹ ਵਾਲਾ ਮਸਲਾ ਸੀ। ਅਤੇ ਉਹ ਮਸਲਾ ਕਿੱਥੇ ਲੈ ਕੇ ਜਾਣਾ ਚਾਹੁੰਦੀ ਸੀ ਜੀ? ਟੂ ਦਾ ਵਿਲੇਜ ਪੰਚਾਇਤ, ਵਿਲੇਜ ਦੀ, ਪਿੰਡ ਦੀ ਪੰਚਾਇਤ ਦੇ ਕੋਲ। ਤਾਂ ਜਦੋਂ ਜੁਮਨ ਦੀ ਆਂਟ ਨੇ ਪਿੰਡ ਦੀ ਪੰਚਾਇਤ ਕੋਲੇ ਆਪਣੇ ਗੁਜ਼ਾਰੇ ਪੱਤੇ ਵਾਲਾ ਮਸਲਾ ਲੈ ਕੇ ਜਾਣ ਦੀ ਧਮਕੀ ਜੁਮਨ ਨੂੰ ਦਿੱਤੀ, ਤਾਂ ਜੁਮਨ ਕਿਉਂ ਹੱਸਿਆ? ਇਹ ਕੁਐਸਚਨ ਹੈ ਜੀ। ਤਾਂ ਬੱਚਿਓ, ਅਸੀਂ ਚੈਪਟਰ ਦੇ ਵਿੱਚ ਪੜ੍ਹਿਆ ਕਿ ਜਦੋਂ ਜੁਮਨ ਦੀ ਆਂਟੀ ਦੇ ਲਈ ਤਾਨੇ ਅਸਹਿ ਹੋ ਗਏ ਤਾਂ ਉਸਨੇ ਇੱਕ ਵਾਰੀ ਜੁਮਨ ਨੂੰ ਕਿਹਾ ਕਿ ਤੂੰ ਮੈਨੂੰ ਮੰਥਲੀ ਅਲਾਊਂਸ ਦਿਆ ਕਰ, ਮੈਨੂੰ ਮਹੀਨੇ ਦਾ ਗੁਜ਼ਾਰਾ ਪੱਤਾ ਅਲੱਗ ਤੋਂ ਦਿਆ ਕਰ, ਮੈਂ ਆਪਣਾ ਅਲੱਗ ਤੋਂ ਰਹਿਣਾ ਚਾਹੁੰਦੀ ਹਾਂ, ਮੈਂ ਤੇਰੇ ਘਰ ਨਹੀਂ ਰਹਿ ਸਕਦੀ। ਪਰੰਤੂ ਜੁਮਨ ਸ਼ੇਖ ਆਪਣੀ ਘਰ ਵਾਲੀ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਨਹੀਂ ਸੀ ਕਰਨਾ ਚਾਹੁੰਦਾ। ਉਹ ਆਪਣੀ ਘਰ ਵਾਲੀ ਨੂੰ ਆਫਿਸਰ ਔਨ ਡਿਊਟੀ ਸਮਝਦਾ ਸੀ।
ਤਾਂ ਇਹ ਜਿਹੜਾ ਐਕਸਪ੍ਰੈਸ਼ਨ ਹੈ ਇਹ ਚੈਪਟਰ ਦੇ ਵਿੱਚ ਆਇਆ। ਤਾਂ ਉਹਨੂੰ ਲੱਗਦਾ ਸੀ ਕਿ ਜੋ ਮੇਰੀ ਘਰ ਵਾਲੀ ਘਰੇ ਜਿਸ ਤਰ੍ਹਾਂ ਦਾ ਵਤੀਰਾ ਮੇਰੀ ਆਂਟੀ ਨਾਲ ਕਰ ਰਹੀ ਹੈ, ਠੀਕ ਕਰ ਰਹੀ ਹੈ। ਅਤੇ ਜਦੋਂ ਜੁਮਨ ਦੀ ਆਂਟੀ ਨੇ ਉਸ ਤੋਂ ਆਪਣਾ ਮਹੀਨੇ ਦਾ ਭੱਤਾ ਮੰਗਿਆ ਤਾਂ ਤੁਹਾਨੂੰ ਯਾਦ ਹੋਣਾ ਜੁਮਨ ਨੇ ਆਨਸਰ ਦਿੱਤਾ ਸੀ ਕਿ ਪੈਸੇ ਝਾੜਾਂ ਨੂੰ ਲੱਗਦੇ ਨੇ। ਅਤੇ ਫਿਰ ਜਦੋਂ ਇਸ ਤਰ੍ਹਾਂ ਦਾ ਆਨਸਰ ਜੁਮਨ ਦੀ ਆਂਟੀ ਨੂੰ ਮਿਲਦਾ ਹੈ ਤਾਂ ਫਿਰ ਉਹ ਧਮਕੀ ਦਿੰਦੀ ਹੈ ਕਿ ਮੈਂ ਆਪਣਾ ਮੰਥਲੀ ਅਲਾਊਂਸ, ਮਹੀਨੇ ਦੇ ਗੁਜ਼ਾਰੇ ਪੱਤੇ ਵਾਲਾ ਮਸਲਾ ਜੇ ਤੂੰ ਨਹੀਂ ਦੇਂਗਾ ਤਾਂ ਮੈਂ ਫਿਰ ਪੰਚਾਇਤ ਤੋਂ ਜਾ ਕੇ ਲਊਂਗੀ। ਤਾਂ ਇਹ ਧਮਕੀ ਦਿੱਤੀ ਸੀ। ਪਰੰਤੂ ਜੁਮਨ ਨੂੰ ਇਹ ਲੱਗਦਾ ਸੀ ਕਿ ਸਾਰਾ ਪਿੰਡ ਤਾਂ ਮੈਨੂੰ ਜਾਣਦਾ ਹੈ, ਮੈਂ ਸਾਰੇ ਪਿੰਡ ਦੇ ਉੱਪਰ ਬਹੁਤ ਸਾਰੇ ਅਹਿਸਾਨ ਕਰੇ ਹੋਏ ਨੇ, ਤਾਂ ਕੋਈ ਵੀ ਪਿੰਡ ਦਾ ਪੰਚਾਇਤ ਦਾ ਮੈਂਬਰ ਮੇਰੇ ਅਗੇਂਸਟ ਨਹੀਂ ਜਾਏਗਾ, ਮੇਰੇ ਹੱਕ 'ਚ ਹੀ ਫੈਸਲਾ ਹੋਏਗਾ। ਉਸ ਨੂੰ ਤਾਂ ਐਂ ਲੱਗਿਆ ਕਿ ਜੇਕਰ ਵਿਲੇਜ ਪੰਚਾਇਤ 'ਚ ਮਸਲਾ ਜਾਂਦਾ ਹੈ, ਪਿੰਡ ਦੀ ਪੰਚਾਇਤ 'ਚ ਮਸਲਾ ਜਾਂਦਾ ਹੈ, ਤਾਂ ਇਹ ਤਾਂ ਬਿਲਕੁਲ ਉਹੀ ਗੱਲ ਹੈ ਜਿਵੇਂ ਇੱਕ ਸ਼ਿਕਾਰੀ ਖੁਦ ਸ਼ਿਕਾਰ ਕੋਲ ਜਾ ਰਿਹਾ ਹੋਵੇ। ਇੱਥੇ ਉਹ ਆਪਣੀ ਆਂਟੀ ਨੂੰ ਸ਼ਿਕਾਰ ਕਹਿ ਰਿਹਾ ਸੀ। ਇਸੇ ਕਰਕੇ ਉਹ ਕਹਿੰਦਾ ਕਿ ਪੰਚਾਇਤ ਕੋਲ ਜਾ, ਮੈਂ ਤਾਂ ਆਪ ਇਹ ਰੋਜ਼ ਦਾ ਝਗੜਾ ਖਤਮ ਕਰਨਾ ਚਾਹੁੰਦਾ। ਤਾਂ ਅਸੀਂ ਆਨਸਰ ਲਿਖਾਂਗੇ ਜੀ ਕਿ ਜੁਮਨ ਵਾਜ਼ ਕੌਨਫੀਡੈਂਟ ਦੈਟ ਹੀ ਵੁੱਡ ਵਿਨ ਦਾ ਕੇਸ ਇਨ ਦਾ ਪੰਚਾਇਤ। ਤਾਂ ਜੁਮਨ ਨੂੰ ਪੂਰਾ ਵਿਸ਼ਵਾਸ ਸੀ। ਕੌਨਫੀਡੈਂਟ ਦਾ ਮਤਲਬ ਹੁੰਦਾ ਬੱਚਿਓ ਵਿਸ਼ਵਾਸ ਹੋਣਾ, ਕਿ ਉਹ ਪੰਚਾਇਤ ਦੇ ਵਿੱਚ ਕੇਸ ਜਿੱਤ ਲਵੇਗਾ। ਹੀ ਥੋਟ, ਉਸਨੇ ਸੋਚਿਆ, ਇੱਥੇ ਬੱਚਿਓ ਦੈਟ ਪਾ ਲਿਓ। ਹੀ ਥੋਟ ਦੈਟ ਆਲ ਦਾ ਵਿਲੇਜਰਸ ਵਰ ਓਬਲਾਈਜ਼ ਟੂ ਹਿਮ ਇਨ ਮੈਨੀ ਵੇਜ਼। ਸਾਰੇ ਪਿੰਡ ਵਾਸੀ, ਆਲ ਦਾ ਵਿਲੇਜਰਸ, ਸਾਰੇ ਪਿੰਡ ਦੇ ਰਹਿਣ ਵਾਲੇ, ਵਰ ਓਬਲਾਈਜ਼ ਟੂ ਹਿਮ। ਓਬਲਾਈਜ਼ ਦੇ ਨਾਲ ਬੱਚਿਓ ਟੂ ਪ੍ਰੈਪੋਜੀਸ਼ਨ ਪਾਉਣਾ ਨਾ ਭੁੱਲਣਾ। ਓਬਲਾਈਜ਼ ਟੂ ਦਾ ਮਤਲਬ ਹੁੰਦਾ ਹੈ ਸ਼ੁਕਰਗੁਜ਼ਾਰ ਹੋਣਾ, ਕਿ ਸਾਰੇ ਪਿੰਡ ਦੇ ਰਹਿਣ ਵਾਲੇ ਤਾਂ ਉਸਦੇ ਸ਼ੁਕਰਗੁਜ਼ਾਰ ਨੇ। ਇਨ ਮੈਨੀ ਵੇਜ਼, ਕਈ ਤਰੀਕਿਆਂ ਦੇ ਨਾਲ, ਕਿ ਮੈਂ ਕਈ ਢੰਗਾਂ ਦੇ ਨਾਲ ਆਪਣੇ ਪਿੰਡ ਵਾਸੀਆਂ ਦੀ ਮਦਦ ਕੀਤੀ ਹੈ, ਤਾਂ ਉਹ ਸਾਰੇ ਬੰਦੇ ਮੇਰੇ ਸ਼ੁਕਰਗੁਜ਼ਾਰ ਨੇ। ਉਹ ਮੇਰੇ ਖਿਲਾਫ ਫੈਸਲਾ ਕਿਉਂ ਦੇਣਗੇ? ਪਿੰਡ ਦਾ ਕੋਈ ਵੀ ਪੰਚਾਇਤ ਦਾ ਮੈਂਬਰ ਮੇਰੇ ਖਿਲਾਫ ਕਿਉਂ ਜਾਏਗਾ? ਉਸ ਨੂੰ ਇਸੇ ਗੱਲ ਦਾ ਬਹੁਤ ਵੱਡਾ ਮਾਣ ਸੀ, ਜਿਸ ਕਰਕੇ ਉਸ ਨੇ ਆਪਣੀ ਆਂਟੀ ਦੀ ਧਮਕੀ ਦੀ ਕੋਈ ਪਰਵਾਹ ਨਹੀਂ ਕੀਤੀ, ਸਗੋਂ ਉਸ ਨੂੰ ਹੱਸ ਕੇ ਟਾਲ ਦਿੱਤਾ। ਸਟੂਡੈਂਟ, ਸਾਡਾ 4th ਕੁਐਸਚਨ ਹੈ ਕਿ ਹਾਊ ਡਿਡ ਦਾ ਵਿਲੇਜਰਸ ਰਿਐਕਟ when Juman's old aunt contacted them about the meeting of the ਪੰਚਾਇਤ। ਹਾਊ ਦਾ ਮਤਲਬ ਹੁੰਦਾ ਬੱਚਿਓ ਕਿਵੇਂ, ਕਿ ਕਿਵੇਂ ਪਿੰਡ ਵਾਸੀਆਂ ਨੇ ਰਿਐਕਟ ਕੀਤਾ। ਰਿਐਕਟ ਦਾ ਮਤਲਬ ਪ੍ਰਤੀਕਰਮ ਦੇਣਾ, ਮਤਲਬ ਉਹਨਾਂ ਦਾ ਕਿਸ ਤਰ੍ਹਾਂ ਦਾ ਵਤੀਰਾ ਸੀ ਜਦੋਂ ਜੁਮਨ ਦੀ ਬੁੱਢੀ ਆਂਟ ਨੇ ਉਹਨਾਂ ਨੂੰ ਕੰਟੈਕਟ ਕੀਤਾ। ਕੰਟੈਕਟ ਦਾ ਮਤਲਬ ਉਹਨਾਂ ਨਾਲ ਸੰਪਰਕ ਕੀਤਾ ਜਦੋਂ ਉਹਨਾਂ ਕੋਲ ਉਹ ਗਈ। ਕਾਹਦੇ ਬਾਰੇ? ਅਬਾਊਟ ਦਾ ਮੀਟਿੰਗ ਆਫ ਦਾ ਪੰਚਾਇਤ, ਪੰਚਾਇਤ ਦੀ ਮੀਟਿੰਗ ਬੁਲਾਉਣ ਬਾਰੇ। ਹੁਣ ਕਿਉਂਕਿ ਜੁਮਨ ਨੇ ਆਪਣੀ ਆਂਟੀ ਦੀ ਪੰਚਾਇਤ 'ਚ ਜਾਣ ਦੀ ਕੋਈ ਪਰਵਾਹ ਨਹੀਂ ਸੀ ਕੀਤੀ, ਸਗੋਂ ਹੱਸ ਕੇ ਟਾਲਤਾ ਸੀ, ਤਾਂ ਹੁਣ ਜੁਮਨ ਦੀ ਆਂਟੀ ਕੋਲੇ ਕੋਈ ਚਾਰਾ ਨਹੀਂ ਸੀ ਰਿਹਾ ਸਿਵਾਏ ਪੰਚਾਇਤ ਕੋਲ ਜਾਣ ਦਾ। ਪੰਚਾਇਤ ਕੋਲ ਜਾਣ ਲਈ ਉਸ ਨੂੰ ਪਿੰਡ ਵਾਸੀਆਂ ਕੋਲ ਜਾਣਾ ਪੈਣਾ ਸੀ, ਉਹਨਾਂ ਨੂੰ ਜਾ ਕੇ ਆਪਣੀ ਗੱਲ ਸੁਣਾਉਣੀ ਪੈਣੀ ਸੀ, ਤਾਂ ਹੀ ਉਹ ਪੰਚਾਇਤ ਬੁਲਾ ਸਕਦੀ ਸੀ ਨਾ। ਤਾਂ ਇਹੀ ਕੁਐਸਚਨ ਹੈ ਕਿ ਜਦੋਂ ਉਹ ਪਿੰਡ ਵਾਸੀਆਂ ਕੋਲ ਗਈ ਤਾਂ ਉਸ ਸਮੇਂ ਪਿੰਡ ਵਾਸੀਆਂ ਨੇ ਜੁਮਨ ਦੀ ਆਂਟ ਪ੍ਰਤੀ ਕਿਸ ਤਰ੍ਹਾਂ ਦਾ ਰਿਐਕਸ਼ਨ ਦਿੱਤਾ, ਕਿਸ ਤਰ੍ਹਾਂ ਦਾ ਉਹਨਾਂ ਦਾ ਪ੍ਰਤੀਕਰਮ ਸੀ, ਕਿਸ ਤਰ੍ਹਾਂ ਦਾ ਉਹਨਾਂ ਨੇ ਜਵਾਬ ਦਿੱਤਾ। ਤਾਂ ਸਟੂਡੈਂਟਸ, ਸਾਨੂੰ ਚੈਪਟਰ 'ਚੋਂ ਪਤਾ ਹੈ ਕਿ ਇਹ ਵਾਲਾ ਸਮਾਂ ਜੁਮਨ ਦੀ ਆਂਟੀ ਲਈ ਬਹੁਤ ਹੀ ਔਖਾ ਸੀ। ਉਹ ਦਰ ਬਦਰ ਠੋਕਰਾਂ ਖਾਂਦੀ ਹੋਈ ਰੋਜ਼ ਆਪਣੇ ਹੱਥ 'ਚ ਇੱਕ ਸੋਟੀ ਲੈ ਕੇ ਹਰ ਪਿੰਡ ਵਾਸੀ ਕੋਲ ਜਾ ਰਹੀ ਸੀ ਤੇ ਆਪਣਾ ਦੁੱਖੜਾ ਸੁਣਾ ਰਹੀ ਸੀ। ਉਸ ਨੂੰ ਇੰਨਾ ਤੁਰਨਾ ਪਿਆ ਕਿ ਉਸ ਦੀ ਪਿੱਠ ਵਿੱਚ ਕੁੱਬ ਵੀ ਪੈਣਾ ਸ਼ੁਰੂ ਹੋ ਗਿਆ ਸੀ, ਪਰ ਉਹ ਫਿਰ ਵੀ ਡਿਟਰਮਿੰਡ ਸੀ। ਉਹ ਇਸ ਫੈਸਲੇ ਦਾ ਹੱਲ ਕਰਵਾਉਣਾ ਚਾਹੁੰਦੀ ਸੀ, ਤਾਂ ਉਹ ਇਸ ਮਸਲੇ ਦਾ ਹੱਲ ਕਰਵਾਉਣਾ ਚਾਹੁੰਦੀ ਸੀ। ਤਾਂ ਉਹ ਸਾਰੇ ਪਿੰਡ ਵਾਸੀਆਂ ਨੂੰ ਮਿਲੀ। ਕਈਆਂ ਨੇ ਉਸ ਦੀ ਸਟੋਰੀ ਧਿਆਨ ਨਾਲ ਸੁਣੀ, ਕਈਆਂ ਨੇ ਧਿਆਨ ਨਾਲ ਨਹੀਂ ਸੁਣੀ। ਤਾਂ ਆਪਾਂ ਆਨਸਰਸ ਉੱਥੋਂ ਹੀ ਲਏ ਨੇ ਬੱਚਿਓ। ਤਾਂ ਅਸੀਂ ਲਿਖਾਂਗੇ ਕਿ ਸਮ ਵਿਲੇਜਰਸ ਟਰਾਈ ਟੂ ਕੰਸੋਲ ਹਰ, ਕਿ ਕੁਝ ਪਿੰਡ ਵਾਸੀਆਂ ਨੇ ਤਾਂ ਉਸ ਨੂੰ ਸ਼ਾਂਤ ਕਰਾਉਣ ਦੀ, ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ। ਕੰਸੋਲ ਦਾ ਮਤਲਬ ਇੱਥੇ ਬੱਚੇ ਹੁੰਦਾ ਹੈ ਦਿਲਾਸਾ ਦੇਣਾ। ਤੁਹਾਨੂੰ ਯਾਦ ਹੋਣਾ ਕਿ ਚੈਪਟਰ ਦੇ ਵਿੱਚ ਆਇਆ ਸੀ ਕਿ ਦਿਲਾਸਾ ਦੇ ਕੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਚੈਪਟਰ ਦੇ ਵਿੱਚ ਆਇਆ ਸੀ ਪੁੱਟ ਹਰ ਆਫ। ਤਾਂ ਪੁੱਟ ਹਰ ਆਫ ਦਾ ਮਤਲਬ ਮੈਂ ਤੁਹਾਨੂੰ ਐਕਸਪਲੇਨੇਸ਼ਨ ਵੱਲ ਦੱਸਿਆ ਸੀ ਕਿ ਜਦੋਂ ਆਪਾਂ ਕਿਸੇ ਨੂੰ ਦਿਲਾਸਾ ਦੇ ਕੇ ਸ਼ਾਂਤ ਕਰਵਾ ਦਿੰਦੇ ਹਾਂ ਕਿ ਰਹਿਣ ਦੇ, ਤੂੰ ਮਸਲਾ ਪੰਚਾਇਤ 'ਚ ਨਾ ਲੈ ਕੇ ਜਾ, ਇਹਨੂੰ ਮਸਲੇ ਨੂੰ ਨਾ ਚੱਕ, ਉਦੋਂ ਆਪਾਂ ਇਹ ਵਾਲੇ ਐਕਸਪ੍ਰੈਸ਼ਨ ਯੂਜ਼ ਕਰਦੇ ਹਾਂ। ਤਾਂ ਕਈ ਪਿੰਡ ਵਾਸੀਆਂ ਨੇ ਤਾਂ ਉਸ ਨੂੰ ਜਸਟ ਦਿਲਾਸਾ ਦੇ ਕੇ ਕਿਹਾ ਕਿ ਤੂੰ ਇਹਨੂੰ ਮਸਲੇ ਨੂੰ ਨਾ ਚੱਕ, ਸਮਾਂ ਆਪਣੇ ਆਪ ਠੀਕ ਕਰ ਦੂਗਾ। ਸਮ ਕਰਸ ਦਾ ਕਰੂਅਲ ਟਾਈਮਸ, ਪਰੰਤੂ ਕੁਛ ਅਜਿਹੇ ਪਿੰਡ ਵਾਸੀ ਸੀ ਜਿਨ੍ਹਾਂ ਨੇ ਸਮੇਂ ਦੇ ਕਾਲ ਚੱਕਰ ਨੂੰ ਦੋਸ਼ ਦਿੱਤਾ ਕਿ ਹੁਣ ਬੜਾ ਹੀ ਭੈੜਾ ਸਮਾਂ ਚੱਲ ਰਿਹਾ ਹੈ। ਕਰੂਅਲ ਟਾਈਮ ਦਾ ਮਤਲਬ ਮਾੜਾ ਸਮਾਂ, ਕਿ ਇਸੇ ਕਰਕੇ ਤੇਰੇ ਨਾਲ ਹੋ ਰਿਹਾ ਹੈ। ਕਈਆਂ ਨੇ ਇੱਥੇ ਤੱਕ ਕਿਹਾ ਕਿ ਇਹ ਮਾੜਾ ਸਮਾਂ ਤਾਂ ਹਰ ਘਰ 'ਚ ਹੀ ਆਉਂਦਾ ਹੈ, ਇਸ ਨੂੰ ਜ਼ਿਆਦਾ ਤੂਲ ਨਾ ਦੇ। ਕਰਸ ਦਾ ਮਤਲਬ ਹੁੰਦਾ ਹੈ ਨਿੰਦਣਾ, ਨਿੰਦਾ ਕਰਨਾ, ਕਿ ਉਹਨਾਂ ਨੇ ਜੋ ਮਾੜਾ ਸਮਾਂ ਚੱਲ ਰਿਹਾ ਸੀ ਬੁੱਢੀ ਔਰਤ ਤੇ ਉਸ ਨੂੰ ਨਿੰਦਿਆ। ਸਮ ਵਰ ਕਾਈਂਡ ਐਂਡ ਦੇ ਲਿਸਨ ਟੂ ਹਰ ਸੈਡ ਸਟੋਰੀ, ਪਰੰਤੂ ਕੁਛ ਪਿੰਡ ਵਾਸੀ ਦਿਆਲੂ ਸੀ। ਕਾਈਂਡ ਐਂਡ ਕੰਸੀਡਰੇਟ ਇਹ ਐਕਸਪ੍ਰੈਸ਼ਨ ਐਕਸਪਲੇਨੇਸ਼ਨ 'ਚ ਆਏ ਸੀ ਕਿ ਕੁਛ ਦਿਆਲੂ ਸੀ ਅਤੇ ਉਹਨਾਂ ਨੇ ਉਸ ਦੀ ਦੁੱਖ ਭਰੀ ਕਹਾਣੀ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ। ਚੈਪਟਰ ਦੇ ਵਿੱਚ ਅਸੀਂ ਇਹ ਵੀ ਪੜ੍ਹਿਆ ਸੀ ਕਿ ਇਹ ਜਿਹੜੇ ਲੋਕ ਸੀਗੇ ਇਹ ਲਾਅ ਅਬਾਈਡਿੰਗ ਲੋਕ ਸੀਗੇ। ਉਹਨਾਂ ਨੂੰ
ਕਾਨੂੰਨ ਦੀ ਜਾਣਕਾਰੀ ਸੀ ਅਤੇ ਉਹ ਕਾਨੂੰਨ ਦੇ ਉੱਪਰ ਚੱਲਣਾ ਜਾਣਦੇ ਸੀ। ਉਹਨਾਂ ਨੇ ਉਸ ਨੂੰ ਚੰਗਾ ਸਹਾਰਾ ਦਿੱਤਾ। ਇਹਨਾਂ ਲੋਕਾਂ ਦੀ ਮਦਦ ਨਾਲ ਹੀ ਬੱਚਿਓ ਜੁਮਨ ਦੀ ਆਂਟੀ ਸਫਲ ਹੋਈ ਸੀ ਕਿ ਉਹ ਆਪਣਾ ਕੇਸ ਪੰਚਾਇਤ ਕੋਲੇ ਲੈ ਕੇ ਜਾ ਸਕੀ। ਸਟੂਡੈਂਟਸ, ਮੈਂ ਇੱਥੇ ਦੱਸਣਾ ਚਾਹਾਂਗਾ ਕਿ ਅਸੀਂ ਆਲਰੇਡੀ +1 ਕਲਾਸ ਇੰਗਲਿਸ਼ ਕੰਪਲਸਰੀ ਦੇ ਬਹੁਤ ਸਾਰੇ ਚੈਪਟਰਸ ਕਵਰ ਕਰ ਚੁੱਕੇ ਹਾਂ। ਸਾਡੀ ਬੁੱਕ ਦੇ ਸੈਕਸ਼ਨ ਏ ਦੇ ਬਹੁਤ ਸਾਰੇ ਐਸੇ, ਜਿਵੇਂ ਕਿ ਪਹਿਲਾ ਐਸੇ ਜੈਂਡਰ ਬਾਇਸ, ਸੈਕਿੰਡ ਦ ਪੋਰਟਰੇਟ ਆਫ ਅ ਲੇਡੀ, ਫੋਰਥ ਲਿਬਰਟੀ ਐਂਡ ਡਿਸਿਪਲਿਨ, ਫਿਫਥ ਅ ਪ੍ਰੈਜ਼ੀਡੈਂਟ ਸਪੀਕਸ, ਸਿਕਸਥ ਦ ਅਰਥ ਇਜ਼ ਨੋਟ ਆਰਸ, ਸੈਵਨਥ ਲੈਟਸ ਨੋਟ ਫੋਰਗੇਟ ਦ ਮਾਰਟਰਸ ਅਤੇ ਏਟਥ ਐਸੇ ਵਾਟਰ ਆ ਟਰੂ ਐਲੈਕਸਰ ਅਸੀਂ ਕਵਰ ਕਰ ਚੁੱਕੇ ਹਾਂ। ਇਸੇ ਤਰ੍ਹਾਂ ਸੈਕਸ਼ਨ ਬੀ ਦੀਆਂ ਬਹੁਤ ਸਾਰੀਆਂ ਪੋਇਮਸ, ਜਿਵੇਂ ਕਿ ਪਹਿਲੀ ਪੋਇਮ ਲਾਈਨਸ ਰਿਟਨ ਇਨ ਅਰਲੀ ਸਪ੍ਰਿੰਗ, ਸੈਕਿੰਡ ਆ ਮਦਰਸ ਡੇ, ਥਰਡ ਟੈਲੀਵਿਜ਼ਨ, ਫੋਰਥ ਉਪਾਗੁਪਤ, ਫਿਫਥ ਕਨਫੈਸ਼ਨਸ ਆਫ ਅ ਬੋਰਨ ਸਪੈਕਟੇਟਰ ਅਤੇ ਸਿਕਸਥ ਪੋਇਮ ਦਾ ਲਿਟਲ ਬਲੈਕ ਬॉय ਅਸੀਂ ਕਵਰ ਕਰ ਚੁੱਕੇ ਹਾਂ। ਸੈਕਸ਼ਨ ਸੀ ਦੇ ਵੀ ਬਹੁਤ ਸਾਰੇ ਚੈਪਟਰਸ ਜੋ ਕਿ ਸਟੋਰੀਜ਼ ਹਨ, ਜਿਵੇਂ ਕਿ ਪਹਿਲੀ ਸਟੋਰੀ ਐਨ ਐਸਟ੍ਰੋਲੋਜਰਸ ਡੇ, ਦ ਟਾਈਗਰ ਇਨ ਦ ਟਨਲ ਸੈਕਿੰਡ ਸਟੋਰੀ ਹੈ, ਥਰਡ ਸਟੋਰੀ ਸਪੈਰੋਜ਼ ਅਤੇ ਫੋਰਥ ਸਟੋਰੀ ਦ ਮਾਡਲ ਮਿਲੀਨੀਅਰ ਅਸੀਂ ਕਵਰ ਕਰ ਚੁੱਕੇ ਹਾਂ। ਸਾਡੀ ਫਿਫਥ ਸਟੋਰੀ ਦ ਪੰਚ ਪਰਮੇਸ਼ਵਰ ਦੀ ਸਟੱਡੀ ਅਸੀਂ ਜਾਰੀ ਕੀਤੀ ਹੋਈ ਹੈ। ਤਾਂ ਬੱਚਿਓ, ਮੈਂ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ, ਇਹਨਾਂ ਦੇ ਹਰ ਤਰ੍ਹਾਂ ਦੇ ਕੁਐਸਚਨ ਆਨਸਰਸ ਅਤੇ ਐਕਸਰਸਾਈਜ਼ ਸੋਲੂਸ਼ਨਸ ਦੇ ਵੀਡੀਓ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਜੇਕਰ ਤੁਸੀਂ ਇਹ ਸਾਰੇ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +1 ਕਲਾਸ ਇੰਗਲਿਸ਼ ਕੰਪਲਸਰੀ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਸਾਡਾ ਫਿਫਥ ਕੁਐਸਚਨ ਹੈ ਜੀ ਕਿ ਹਾਊ ਡਿਡ ਅਲਗੂ ਚੌਧਰੀ ਰਿਐਕਟ when the old aunt went to him to request him to come to the ਪੰਚਾਇਤ ਮੀਟਿੰਗ। ਹਾਊ ਦਾ ਮਤਲਬ ਬੱਚਿਓ ਫੇਰ ਕਿਵੇਂ, ਕਿ ਅਲਗੂ ਚੌਧਰੀ ਨੇ ਕਿਸ ਤਰ੍ਹਾਂ ਦਾ ਰਿਐਕਸ਼ਨ ਦਿੱਤਾ, ਉਸ ਦਾ ਕੀ ਪ੍ਰਤੀਕਰਮ ਸੀ। ਰਿਐਕਟ ਸ਼ਬਦ ਫੇਰ ਆਇਆ, ਆਲਮੋਸਟ ਵਰਡਿੰਗ ਸੇਮ ਹੈ ਬੱਚਿਓ ਚੌਥੇ ਕੁਐਸਚਨ ਦੀ। ਚੌਥੇ ਕੁਐਸਚਨ 'ਚ ਪਿੰਡ ਵਾਸੀਆਂ ਦਾ ਰਿਐਕਸ਼ਨ ਆਇਆ ਸੀ, ਇੱਥੇ ਅਲਗੂ ਚੌਧਰੀ ਦਾ ਰਿਐਕਸ਼ਨ ਆ ਰਿਹਾ ਹੈ ਕਿ ਅਲਗੂ ਚੌਧਰੀ ਨੇ ਕਿਸ ਤਰ੍ਹਾਂ ਦਾ ਰਿਐਕਸ਼ਨ ਦਿੱਤਾ, ਉਸ ਦਾ ਕਿਸ ਤਰ੍ਹਾਂ ਦਾ ਵਤੀਰਾ ਸੀ। ਜਦੋਂ ਬੁੱਢੀ ਔਰਤ ਉਸ ਕੋਲ ਗਈ ਅਤੇ ਉਸਨੇ ਉਸ ਨੂੰ ਰਿਕੁਐਸਟ ਕੀਤੀ, ਬੇਨਤੀ ਕੀਤੀ ਕਿ ਉਹ ਪੰਚਾਇਤ ਦੀ ਮੀਟਿੰਗ ਵਿੱਚ ਆਵੇ। ਤਾਂ ਬੱਚਿਓ, ਅਸੀਂ ਸਟੋਰੀ 'ਚ ਪੜ੍ਹਿਆ ਕਿ ਸਭ ਤੋਂ ਲਾਸਟ 'ਚ ਜੁਮਨ ਸ਼ੇਖ ਦੀ ਆਂਟੀ ਅਲਗੂ ਚੌਧਰੀ ਕੋਲ ਗਈ ਸੀ। ਉਸ ਨੂੰ ਪਤਾ ਸੀ ਕਿ ਅਲਗੂ ਚੌਧਰੀ ਜੁਮਨ ਸ਼ੇਖ ਦਾ ਬਹੁਤ ਹੀ ਫਾਸਟ ਫਰੈਂਡ ਹੈ, ਸਭ ਤੋਂ ਐਂਡ 'ਚ ਉਹਦੇ ਕੋਲ ਗਈ ਸੀ। ਤਾਂ ਹੁਣ ਕੁਐਸਚਨ ਉਹਦੇ ਬਾਰੇ ਹੀ ਹੈ ਕਿ ਉਸਦੇ ਕੇਸ ਪ੍ਰਤੀ ਅਲਗੂ ਚੌਧਰੀ ਦਾ ਕੀ ਰਿਐਕਸ਼ਨ ਸੀ। ਤਾਂ ਸਟੂਡੈਂਟਸ, ਅਸੀਂ ਸਟੋਰੀ 'ਚ ਇਹ ਵੀ ਪੜ੍ਹਿਆ ਕਿ ਜਦੋਂ ਜੁਮਨ ਸ਼ੇਖ ਦੀ ਆਂਟੀ ਅਲਗੂ ਨੂੰ ਕਹਿੰਦੀ ਹੈ ਕਿ ਤੂੰ ਮੀਟਿੰਗ 'ਚ ਜ਼ਰੂਰ ਆਈ, ਤਾਂ ਅਲਗੂ ਦਾ ਪਹਿਲਾ ਜਵਾਬ ਤਾਂ ਇਹ ਹੁੰਦਾ ਕਿ ਮੀਟਿੰਗ 'ਚ ਹੋਰ ਬਹੁਤ ਸਾਰੇ ਪਿੰਡ ਵਾਸੀ ਆ ਰਹੇ ਨੇ, ਮੇਰੀ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈ। ਉਸਦੇ ਜਵਾਬ 'ਚ ਫਿਰ ਜੁਮਨ ਦੀ ਆਂਟੀ ਕਹਿੰਦੀ ਹੈ ਕਿ ਠੀਕ ਹੈ, ਮੈਂ ਗਈ ਤਾਂ ਬਹੁਤ ਲੋਕਾਂ ਕੋਲ ਹੈ, ਪਰ ਇਟ ਇਜ਼ ਅਪ ਟੂ ਦੈਮ ਟੂ ਕਮ ਔਰ ਨੋਟ। ਇਹ ਪੂਰੀ ਲਾਈਨ ਆਈ ਸੀ ਐਕਸਪਲੇਨੇਸ਼ਨ 'ਚ ਕਿ ਹੁਣ ਪਤਾ ਨਹੀਂ ਕੌਣ ਆਊ ਕੌਣ ਨਹੀਂ ਆਊ, ਮੈਨੂੰ ਨਹੀਂ ਪਤਾ। ਫਿਰ ਇਹ ਗੱਲ ਸੁਣ ਕੇ ਅਲਗੂ ਉਸ ਨੂੰ ਕਹਿੰਦਾ ਕਿ ਠੀਕ ਹੈ, ਮੈਂ ਆਊਂਗਾ ਪਰ ਮੈਂ ਕੁਝ ਨਹੀਂ ਬੋਲੂੰਗਾ। ਤਾਂ ਅਸੀਂ ਆਨਸਰ ਬੱਚਿਓ ਉੱਥੋਂ ਹੀ ਲਿਆ ਹੈ। ਆਨਸਰ ਹੈ ਜੀ ਕਿ ਅਲਗੂ ਟੋਲਡ ਹਰ ਦੈਟ ਹੀ ਵੁੱਡ ਕਮ ਅਲੋਂਗ। ਤਾਂ ਅਲਗੂ ਨੇ ਉਸ ਨੂੰ ਦੱਸਿਆ, ਇੱਥੇ ਹਰ ਦਾ ਮਤਲਬ ਜੁਮਨ ਦੀ ਓਲਡ ਆਂਟ ਹੀ ਹੈ, ਕਿ ਉਹ ਆਏਗਾ। ਕਮ ਅਲੋਂਗ ਦਾ ਮਤਲਬ ਇੱਥੇ ਆਉਣ ਦੀ ਗੱਲ ਹੋਗੀ ਕਿ ਉਹ ਆਏਗਾ, ਬਟ ਹੀ ਵੁੱਡ ਨੋਟ ਓਪਨ ਹਿਜ਼ ਮਾਊਥ ਡਿਊਰਿੰਗ ਦਾ ਪੰਚਾਇਤ। ਪਰੰਤੂ ਉਹ ਪੰਚਾਇਤ ਦੇ ਦੌਰਾਨ, ਪੰਚਾਇਤ ਦੇ ਵਿੱਚ ਜਦੋਂ ਕੇਸ ਚੱਲ ਰਿਹਾ ਹੋਏਗਾ, ਤਾਂ ਉਸ ਸਮੇਂ ਉਹ ਆਪਣਾ ਮੂੰਹ ਨਹੀਂ ਖੋਲੇਗਾ, ਮਤਲਬ ਕੋਈ ਵੀ ਸ਼ਬਦ ਨਹੀਂ ਬੋਲੇਗਾ। ਪੰਚਾਇਤ 'ਚੋਂ ਜ਼ਰੂਰ ਆਏਗਾ ਪਰੰਤੂ ਉਹ ਕੋਈ ਵੀ ਸ਼ਬਦ ਨਹੀਂ ਬੋਲੇਗਾ। ਹੀ ਵੁੱਡ ਨੋਟ ਓਪਨ ਹਿਜ਼ ਮਾਊਥ। ਤਾਂ ਸਟੂਡੈਂਟ, ਸਾਨੂੰ ਇਹ ਵੀ ਪਤਾ ਹੈ ਕਿ ਜਦੋਂ ਇਹ ਜਵਾਬ ਅਲਗੂ ਚੌਧਰੀ ਜੁਮਨ ਦੀ ਆਂਟ ਨੂੰ ਦਿੰਦਾ ਹੈ, ਤਾਂ ਫਿਰ ਉਸ ਦੀ ਆਂਟ ਉਸ ਨੂੰ ਕਹਿੰਦੀ ਹੈ ਕਿ ਵਿਲ ਯੂ ਟਰਨ ਯੂਅਰ ਬੈਕ ਟੂ ਜਸਟਿਸ ਫॉर ਫੀਅਰ ਆਫ ਰਿਊਨਿੰਗ ਯੂਅਰ ਫਰੈਂਡਸ਼ਿਪ, ਕਿ ਕੀ ਤੂੰ ਆਪਣੀ ਦੋਸਤੀ ਦੇ ਲਈ ਮੇਰੇ ਨਿਆਂ ਨੂੰ ਖੋਲੇ ਕਰ ਦੇਂਗਾ। ਇਹ ਸੁਣ ਕੇ ਅਲਗੂ ਫਿਰ ਕੋਈ ਜਵਾਬ ਨਹੀਂ ਦਿੰਦਾ। ਤਾਂ ਉਸ ਸਮੇਂ ਉਸ ਦੀ ਅੰਤਰਾਤਮਾ ਉਸ ਨੂੰ ਕਚੋਟਦੀ ਹੈ। ਇਸ ਗੱਲ ਦਾ ਅਲਗੂ ਚੌਧਰੀ ਕੋਲੇ ਕੋਈ ਜਵਾਬ ਨਹੀਂ ਹੁੰਦਾ ਅਤੇ ਅਲਗੂ ਚੌਧਰੀ ਜੁਮਨ ਦੀ ਆਂਟ ਦੁਆਰਾ ਕੀਤੇ ਹੋਏ ਇਹ ਕੁਐਸਚਨ ਕਿ ਕੀ ਤੂੰ ਆਪਣੀ ਦੋਸਤੀ ਦੇ ਲਈ ਮੇਰੇ ਤੇ ਅਨਿਆਏ ਹੋਣ ਦੇਂਗਾ, ਉਸ ਨੂੰ ਇਹ ਕੁਐਸਚਨ ਬਾਰ-ਬਾਰ ਸੁਣਦਾ ਹੈ। ਸਟੂਡੈਂਟ, ਸਾਡਾ 6th ਕੁਐਸਚਨ ਹੈ, ਇਹ ਇੰਪੋਰਟੈਂਟ ਕੁਐਸਚਨ ਹੈ ਕਿ ਹਾਊ ਡਿਡ ਜੁਮਨਸ ਓਲਡ ਆਂਟ ਪ੍ਰੈਜ਼ੈਂਟ ਹਰ ਕੇਸ, ਕਿ ਕਿਵੇਂ ਜੁਮਨ ਦੀ ਬੁੱਢੀ ਆਂਟੀ ਨੇ ਆਪਣਾ ਕੇਸ ਪੇਸ਼ ਕੀਤਾ। ਪ੍ਰੈਜ਼ੈਂਟ ਇੱਥੇ ਬੱਚਿਓ ਵਰਬ ਦੇ ਤੌਰ ਤੇ ਯੂਜ਼ ਹੋਇਆ, ਤਾਂ ਅਸੀਂ ਇੱਥੇ ਇਸ ਦਾ ਮਤਲਬ ਲਿਖਾਂਗੇ ਪੇਸ਼ ਕਰਨਾ। ਤਾਂ ਸਟੂਡੈਂਟ, ਸਟੋਰੀ ਦੇ ਵਿੱਚ 8-9 ਲਾਈਨਾਂ ਦਾ ਇੱਕ ਪੂਰਾ ਪੈਰਾ ਆਇਆ ਸੀ, ਜਿਸ ਦੇ ਵਿੱਚ ਜੁਮਨ ਦੀ ਓਲਡ ਆਂਟ ਆਪਣਾ ਕੇਸ ਪੇਸ਼ ਕਰਦੀ ਹੈ। ਉਹ ਪੰਚਾਇਤ ਦੇ ਮੈਂਬਰਸ ਨੂੰ ਕਹਿੰਦੀ ਹੈ ਕਿ 3 ਸਾਲ ਪਹਿਲਾਂ ਮੈਂ ਆਪਣੀ ਪ੍ਰਾਪਰਟੀ ਆਪਣੇ ਨੈਫਿਊ ਜੁਮਨ ਦੇ ਨਾਂ 'ਤੇ ਕਰਤੀ ਸੀ, ਅਤੇ ਬਦਲੇ ਦੇ ਵਿੱਚ ਜੁਮਨ ਨੇ ਮੇਰਾ ਖਿਆਲ ਰੱਖਣਾ ਸੀ, ਮੈਨੂੰ ਕੱਪੜੇ ਦੇਣੇ ਸੀ, ਪਰੰਤੂ 1 ਸਾਲ ਤੋਂ ਮੈਂ ਬਹੁਤ ਹੀ ਸੰਤਾਪ ਭੋਗ ਰਹੀ ਹਾਂ। ਮੇਰੇ ਨਾਲ ਇਲ ਟਰੀਟਮੈਂਟ ਹੋ ਰਹੀ ਹੈ, ਮੈਨੂੰ ਨਾ ਪ੍ਰੋਪਰ ਖਾਣਾ ਖਾਣ ਨੂੰ ਮਿਲਦਾ ਹੈ, ਨਾ ਕੱਪੜੇ ਪਹਿਨਣ ਨੂੰ ਮਿਲਦੇ ਨੇ, ਅਤੇ ਫਿਰ ਮੈਨੂੰ ਤਾਨੇ ਵੀ ਰੋਜ਼ ਸੁਣਨ ਨੂੰ ਮਿਲਦੇ ਨੇ। ਹੁਣ ਮੈਂ ਬੁੱਢੀ ਔਰਤ ਹਾਂ, ਮੈਂ ਕੋਰਟ 'ਚ ਜਾ ਨਹੀਂ ਸਕਦੀ, ਕਚਹਿਰੀਆਂ 'ਚ ਜਾ ਨਹੀਂ ਸਕਦੀ, ਕੌਣ ਮੇਰਾ ਦੁੱਖ ਦਰਦ ਸੁਣੇਗਾ। ਇਸੇ ਕਰਕੇ ਮੈਂ ਤੁਹਾਡੇ ਆਸਰੇ ਤੁਹਾਡੇ ਕੋਲ ਆਈ ਹਾਂ,
ਤਾਂ ਕਿ ਤੁਸੀਂ ਮੇਰਾ ਕੇਸ ਡਿਸਾਈਡ ਕਰੋ। ਉਹ ਇਹ ਵੀ ਕਹਿੰਦੀ ਹੈ ਕਿ ਜੇਕਰ ਮੈਂ ਗਲਤ ਹਾਂ ਤਾਂ ਤੁਸੀਂ ਮੈਨੂੰ ਸਜ਼ਾ ਦਿਓ, ਪਰੰਤੂ ਜੇਕਰ ਜੁਮਨ ਗਲਤ ਹੈ ਤਾਂ ਤੁਸੀਂ ਜੁਮਨ ਨੂੰ ਸਮਝਾਓ। ਤਾਂ ਬਹੁਤ ਵੱਡੀ ਗੱਲ ਕਹਿੰਦੀ ਹੈ। ਦੇਖੋ, ਉਹ ਅਜੇ ਵੀ ਜੁਮਨ ਦੇ ਬਾਰੇ ਇਹ ਨਹੀਂ ਸੀ ਕਹਿ ਰਹੀ ਕਿ ਤੁਸੀਂ ਜੁਮਨ ਨੂੰ ਸਜ਼ਾ ਦਿਓ, ਹਾਲਾਂਕਿ ਗਲਤੀ ਸਾਰੀ ਸਾਨੂੰ ਪਤਾ ਹੈ ਜੁਮਨ ਦੀ ਹੀ ਸੀ, ਪਰੰਤੂ ਉਹ ਜੁਮਨ ਬਾਰੇ ਇਹ ਕਹਿ ਰਹੀ ਸੀ ਕਿ ਜੇਕਰ ਜੁਮਨ ਗਲਤ ਹੈ ਤਾਂ ਜੁਮਨ ਨੂੰ ਸਮਝਾਓ, ਪਰੰਤੂ ਜੇਕਰ ਤੁਹਾਨੂੰ ਮੈਂ ਗਲਤ ਲੱਗਦੀ ਹਾਂ ਤਾਂ ਤੁਸੀਂ ਮੈਨੂੰ ਸਜ਼ਾ ਦਿਓ। ਤਾਂ ਇਹ ਸਾਰੀਆਂ ਗੱਲਾਂ ਬੱਚਿਓ ਅਸੀਂ ਐਕਸਪਲੇਨੇਸ਼ਨ 'ਚ ਪੜ੍ਹੀਆਂ ਨੇ, ਅਸੀਂ ਆਨਸਰ ਉੱਥੋਂ ਹੀ ਲਿਆ। ਤਾਂ ਅਸੀਂ ਆਨਸਰ ਲਿਖਾਂਗੇ ਕਿ ਸ਼ੀ ਸੈਡ ਦੈਟ ਸ਼ੀ ਟਰਾਂਸਫਰਡ ਆਲ ਹਰ ਪ੍ਰੋਪਰਟੀ ਟੂ ਜੁਮਨ, ਕਿ ਉਸ ਨੇ ਟਰਾਂਸਫਰ ਕਰ ਦਿੱਤੀ ਸੀ ਆਪਣੀ ਸਾਰੀ ਪ੍ਰੋਪਰਟੀ ਜੁਮਨ ਨੂੰ। ਜੁਮਨ ਦੇ ਨਾਮ ਉਸਨੇ ਆਪਣੀ ਸਾਰੀ ਪ੍ਰੋਪਰਟੀ ਲਾਤੀ ਸੀ। ਸਾਨੂੰ ਪਤਾ ਬੱਚਿਓ ਕਿ ਉਸ ਕੋਲੇ 3 ਬਿੱਗਾ ਜ਼ਮੀਨ ਸੀ। ਇਨ ਰਿਟਰਨ ਫॉर ਦਿਸ, ਇਸ ਦੇ ਬਦਲੇ। ਇਨ ਰਿਟਰਨ ਫॉर ਦਿਸ ਦਾ ਮਤਲਬ ਹੁੰਦਾ ਬੱਚਿਓ ਇਸ ਦੇ ਬਦਲੇ। ਜੁਮਨ ਅਗਰੀਡ ਟੂ ਫੀਡ ਐਂਡ ਕਲੋਥ ਹਰ, ਤਾਂ ਜੁਮਨ ਮੰਨਿਆ ਸੀ ਕਿ ਉਹ ਉਸ ਨੂੰ ਖਾਣਾ ਦੇਗਾ ਅਤੇ ਉਸ ਨੂੰ ਕੱਪੜੇ ਦੇਗਾ। ਅਗਰੀ ਦਾ ਮਤਲਬ ਹੋ ਗਿਆ ਬੱਚਿਓ ਮੰਨਣਾ, ਫੀਡ ਦਾ ਮਤਲਬ ਹੁੰਦਾ ਹੈ ਭੋਜਨ ਦੇਣਾ, ਵਰਬ ਦੀ ਪਹਿਲੀ ਫਾਰਮ ਹੈ ਜੀ ਇਹ, ਅਤੇ ਕਲੋਥ ਦਾ ਮਤਲਬ ਹੁੰਦਾ ਬੱਚਿਓ ਕੱਪੜੇ ਦੇਣਾ। ਇੱਥੇ ਧਿਆਨ ਨਾਲ ਦੇਖੋ ਬੱਚਿਓ, ਇੱਥੇ ਅਸੀਂ ਕਲੋਥ ਨਹੀਂ ਪਾਇਆ, ਅਸੀਂ ਕਲੋਥ ਪਾਇਆ, ਈ ਪਾਈ ਹੈ, ਬਿਕੋਜ਼ ਵੀ ਆਰ ਯੂਜ਼ਿੰਗ ਇਟ ਐਜ਼ ਅ ਵਰਬ। ਤਾਂ ਐਜ਼ ਅ ਵਰਬ ਅਸੀਂ ਇਸ ਨੂੰ ਕਲੋਥ ਕਹਿੰਦੇ ਹਾਂ, ਨਾ ਕਿ ਕਲੋਥ। ਬਟ ਸ਼ੀ ਨੀਦਰ ਗੋਟ ਇਨਫ ਫੂਡ ਨੋਰ ਕਲੋਥਸ, ਪਰੰਤੂ ਉਸ ਨੂੰ ਨਾ ਤਾਂ ਪੂਰਾ ਖਾਣਾ ਮਿਲਿਆ ਅਤੇ ਨਾ ਹੀ ਸਹੀ ਕੱਪੜੇ ਮਿਲੇ। ਇੱਥੇ ਨੀਦਰ ਨੋਰ ਵਾਲੀ ਬੱਚਿਓ ਅਸੀਂ ਕੰਜੰਕਸ਼ਨ ਲਗਾਇਆ ਹੋਇਆ। ਤੇ ਇੱਥੇ ਬੱਚੇ ਹੁਣ ਤੁਸੀਂ ਨੋਟ ਕਰਿਓ, ਅਸੀਂ ਇੱਥੇ ਕਲੋਥਸ ਪਾਇਆ ਬਿਕੋਜ਼ ਇੱਥੇ ਅਸੀਂ ਇਹ ਨਾਊਨ ਦੇ ਤੌਰ ਤੇ ਯੂਜ਼ ਕੀਤਾ ਹੈ। ਤਾਂ ਅਸੀਂ ਇਸ ਨੂੰ ਕਲੋਥ ਕਹਾਂਗੇ, ਪਰੰਤੂ ਇੱਥੇ ਅਸੀਂ ਇਸ ਨੂੰ ਕਲੋਥ ਕਹਾਂਗੇ। ਤੇ ਤੁਹਾਨੂੰ ਯਾਦ ਹੋਣਾ ਬੱਚਿਓ, ਤੁਹਾਨੂੰ ਇੱਕ ਕੁਐਸਚਨ ਇਹ ਵੀ ਆਉਂਦਾ ਹੈ ਕਿ ਤੁਸੀਂ ਸੇਮ ਵਰਡ ਨੂੰ ਐਜ਼ ਅ ਨਾਊਨ ਔਰ ਐਜ਼ ਅ ਵਰਬ ਬਣਾਉਣਾ ਹੁੰਦਾ ਹੈ। ਕਲੋਥ ਐਂਡ ਕਲੋਥ ਦੇ ਤੁਸੀਂ ਇਹ ਸੈਂਟੈਂਸਸ ਉੱਥੇ ਲਿਖ ਸਕਦੇ ਹੋ। ਸਟੂਡੈਂਟ, ਸਾਡਾ 7th ਕੁਐਸਚਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਜੋ ਕਿ ਇਸ ਚੈਪਟਰ ਦੇ ਵਿੱਚੋਂ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ whom did ਜੁਮਨ's old aunt nominate as the head punch। whom ਦਾ ਮਤਲਬ ਹੁੰਦਾ ਬੱਚਿਓ ਕਿਸ ਨੂੰ। ਹਮੇਸ਼ਾ ਕੁਐਸਚਨ ਦੇ ਪਹਿਲੇ ਵਰਡ ਨੂੰ ਧਿਆਨ ਨਾਲ ਜ਼ਰੂਰ ਦੇਖਿਆ ਕਰੋ। ਜੇਕਰ ਸਾਨੂੰ ਪਹਿਲਾ ਵਰਡ ਅੱਛੀ ਤਰ੍ਹਾਂ ਕਲੀਅਰ ਹੋ ਜੇ ਤਾਂ ਸਾਡਾ ਅੱਧਾ ਆਨਸਰ ਤਿਆਰ ਹੋ ਜਾਂਦਾ ਉੱਥੋਂ ਹੀ। ਤਾਂ ਕਿਸ ਨੂੰ ਜੁਮਨ ਦੀ ਬੁੱਢੀ ਆਂਟੀ ਨੇ ਨੋਮੀਨੇਟ ਕੀਤਾ। ਨੋਮੀਨੇਟ ਦਾ ਮਤਲਬ ਨਾਮਜ਼ਦ ਕਰਨਾ, ਹੈੱਡ ਪੰਚ ਦੇ ਤੌਰ ਤੇ, ਸਰਪੰਚ ਦੇ ਤੌਰ ਤੇ। ਤਾਂ ਬੱਚਿਓ ਇਹ ਕੁਐਸਚਨ ਜਿੰਨਾ ਜ਼ਿਆਦਾ ਇੰਪੋਰਟੈਂਟ ਹੈ ਓਨਾ ਹੀ ਇਸ ਦਾ ਆਨਸਰ ਸੌਖਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਦਾ ਆਨਸਰ ਕੀ ਹੈ। ਤਾਂ ਇਸ ਦਾ ਆਨਸਰ ਹੈ ਜੀ ਕਿ ਜੁਮਨ's old aunt nominated ਅਲਗੂ ਚੌਧਰੀ ਐਜ਼ ਦਾ ਹੈੱਡ ਪੰਚ, ਕਿ ਜੁਮਨ ਦੀ ਬੁੱਢੀ ਆਂਟੀ ਨੇ ਨੋਮੀਨੇਟਡ ਨਾਮਜ਼ਦ ਕੀਤਾ ਅਲਗੂ ਚੌਧਰੀ ਨੂੰ ਹੈੱਡ ਪੰਚ ਦੇ ਤੌਰ ਤੇ ਨਾਮਜ਼ਦ ਕੀਤਾ। ਆਨਸਰ ਬੜਾ ਹੀ ਸੌਖਾ ਸੀ, ਪਰੰਤੂ ਬੱਚਿਓ ਜੇਕਰ ਤੁਸੀਂ ਸਟੋਰੀ ਪੜ੍ਹੋ ਤਾਂ ਅਲਗੂ ਚੌਧਰੀ ਨੂੰ ਨੋਮੀਨੇਟ ਕਰਨ ਦੇ ਪਿੱਛੇ ਬਹੁਤ ਜ਼ਿਆਦਾ ਡਰਾਮਾ ਹੋਇਆ ਸੀ ਸਟੋਰੀ ਦੇ ਵਿੱਚ। ਰਾਮਧਨ ਮਿਸ਼ਰ ਜਿਹੜਾ ਕਿ ਪੰਚਾਇਤ ਦਾ ਇੱਕ ਮੈਂਬਰ ਹੈ, ਉਹ ਜੁਮਨ ਨੂੰ ਕਹਿੰਦਾ ਹੈ ਕਿ ਜੁਮਨ ਤੈਨੂੰ ਆਪਣੀ ਬੁੱਢੀ ਆਂਟ ਦੇ ਨਾਲ ਮਸਲਾ ਸੋਲਵ ਕਰਨਾ ਚਾਹੀਦਾ ਹੈ, ਪੰਚਾਂ ਨੇ ਜੋ ਵੀ ਡਿਸਾਈਡ ਕੀਤਾ ਤੈਨੂੰ ਮੰਨਣਾ ਪਊਗਾ। ਜੁਮਨ ਸ਼ੇਖ ਕਹਿੰਦਾ ਮੈਂ ਮੰਨਣ ਲਈ ਬਿਲਕੁਲ ਤਿਆਰ ਹਾਂ, ਮੇਰੀ ਆਂਟ ਜਿਹੜਾ ਮਰਜ਼ੀ ਹੈੱਡ ਪੰਚ ਨੋਮੀਨੇਟ ਕਰ ਸਕਦੀ ਹੈ, ਮੈਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਉਹਨੂੰ ਐਂ ਲੱਗਦਾ ਹੈ ਕਿ ਸਾਰੇ ਪਿੰਡ ਵਾਲੇ ਉਹਦੇ ਨਾਲ ਨੇ। ਤਾਂ ਇਸ ਗੱਲ ਤੋਂ ਜੁਮਨ ਦੀ ਆਂਟ ਥੋੜੀ ਜੀ ਦੁਖੀ ਹੋ ਜਾਂਦੀ ਹੈ। ਉਹਨੂੰ ਲੱਗਦਾ ਹੈ ਕਿ ਇਹ ਗੱਲ ਕਹਿ ਕੇ ਜੁਮਨ ਮੈਨੂੰ ਝੂਠਾ ਪਾਉਣਾ ਚਾਹ ਰਿਹਾ ਹੈ ਸਾਰੇ ਪਿੰਡ ਤੋਂ। ਤਾਂ ਇੱਥੋਂ ਤੱਕ ਜੁਮਨ ਨੂੰ ਕਹਿੰਦੀ ਹੈ ਕਿ ਤੈਨੂੰ ਰੱਬ ਤੋਂ ਡਰਨਾ ਚਾਹੀਦਾ ਹੈ, ਪੰਚ ਕਿਸੇ ਦਾ ਵੀ ਦੁਸ਼ਮਣ ਜਾਂ ਫਰੈਂਡ ਨਹੀਂ ਹੁੰਦਾ। ਚਲੋ ਆਪਾਂ ਇਸ ਝਗੜੇ 'ਚ ਨਹੀਂ ਪੈਂਦੇ। ਉਹ ਫਿਰ ਅਲਗੂ ਚੌਧਰੀ ਦਾ ਨਾਮ ਐਜ਼ ਅ ਹੈੱਡ ਪੰਚ ਸੁਜੈਸਟ ਕਰਦੀ ਹੈ। ਤਾਂ ਜੁਮਨ ਸ਼ੇਖ ਤਾਂ ਬੜਾ ਹੀ ਖੁਸ਼ ਹੁੰਦਾ ਹੈ, ਕਿਉਂਕਿ ਅਲਗੂ ਚੌਧਰੀ ਉਸ ਦਾ ਬੈਸਟ ਫਰੈਂਡ ਹੈ, ਪਰੰਤੂ ਉਹ ਆਪਣੀਆਂ ਖੁਸ਼ੀਆਂ ਛੁਪਾ ਲੈਂਦਾ ਹੈ ਅਤੇ ਬੜੇ ਸ਼ਾਂਤ ਹੋ ਕੇ ਕਹਿੰਦਾ ਚਾਹੇ ਤੂੰ ਅਲਗੂ ਚੌਧਰੀ ਨੂੰ ਚੁਣ ਲੈ, ਚਾਹੇ ਰਾਮਧਨ ਮਿਸ਼ਰ ਨੂੰ ਚੁਣ ਲੈ, ਮੈਨੂੰ ਤਾਂ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ। ਈਵਨ ਕਿ ਇਹ ਗੱਲ ਸੁਣ ਕੇ ਅਲਗੂ ਕੋਸ਼ਿਸ਼ ਕਰਦਾ ਹੈ ਕਿ ਉਹ ਬੈਕ ਆਫ ਕਰ ਜੇ। ਉਹ ਕਹਿੰਦਾ ਹੈ ਕਿ ਜੁਮਨ ਤੇ ਮੈਂ ਤਾਂ ਬੜੇ ਪੱਕੇ ਦੋਸਤ ਹਾਂ। ਫਿਰ ਉੱਥੇ ਉਸ ਦੀ ਆਂਟ ਕਹਿੰਦੀ ਹੈ ਪੰਚਾਂ ਦੇ ਹਿਰਦੇ ਵਿੱਚ ਤਾਂ ਗੋਡ ਵਸਦਾ ਹੈ, ਪਰਮਾਤਮਾ ਵਸਦਾ ਹੈ, ਉਹਨਾਂ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਹੁੰਦੀ ਹੈ। ਜਦੋਂ ਇਹ ਗੱਲ ਕਹਿੰਦੀ ਹੈ ਫਿਰ ਅਲਗੂ ਚੌਧਰੀ ਹੈੱਡ ਪੰਚ ਬਣਨ ਲਈ ਆਪਣੀ ਸਹਿਮਤੀ ਦੇ ਦਿੰਦਾ। ਤਾਂ ਸਾਡਾ 8th ਕੁਐਸਚਨ ਹੈ ਜੀ ਕਿ ਹਾਊ ਡਿਡ ਜੁਮਨ ਸ਼ੇਖ ਬਿਕਮ ਦਾ ਐਨੀਮੀ ਆਫ ਹਿਸ ਫਰੈਂਡ ਅਲਗੂ ਚੌਧਰੀ। ਹਾਊ ਦਾ ਮਤਲਬ ਫਿਰ ਕਿਵੇਂ ਜੁਮਨ ਸ਼ੇਖ ਬਣ ਗਿਆ ਦੁਸ਼ਮਣ ਆਪਣੇ ਦੋਸਤ ਅਲਗੂ ਚੌਧਰੀ ਦਾ। ਤਾਂ ਜਦੋਂ ਕੇਸ ਖਤਮ ਹੋ ਜਾਂਦਾ ਬੱਚਿਓ ਤਾਂ ਇਹ ਕੇਸ ਜੁਮਨ ਸ਼ੇਖ ਦੇ ਹੱਕ ਦੇ ਵਿੱਚ ਨਹੀਂ ਜਾਂਦਾ ਅਤੇ ਇਹ ਫੈਸਲਾ ਅਲਗੂ ਚੌਧਰੀ ਨੇ ਕੀਤਾ ਹੁੰਦਾ ਹੈ। ਤਾਂ ਉੱਥੇ ਹੀ ਇਹ ਕੁਐਸਚਨ ਪੁੱਛਿਆ ਗਿਆ ਹੈ ਕਿ ਅਲਗੂ ਚੌਧਰੀ ਦਾ ਦੁਸ਼ਮਣ ਜੁਮਨ ਸ਼ੇਖ ਕਿਵੇਂ ਬਣ ਗਿਆ, ਹਾਲਾਂਕਿ ਉਹ ਤਾਂ ਪਹਿਲਾਂ ਪੱਕੇ ਦੋਸਤ ਰਹੇ ਨੇ। ਤਾਂ ਸਟੂਡੈਂਟ ਅਸੀਂ ਟੈਕਸਟ ਦੇ ਵਿੱਚ ਪੜ੍ਹਿਆ ਹੈ ਕਿ ਅਲਗੂ ਚੌਧਰੀ ਨੂੰ ਕਾਨੂੰਨ ਦੀ ਕਾਫੀ ਜਾਣਕਾਰੀ ਸੀ, ਉਹ ਸ਼ਹਿਰ ਕਚਹਿਰੀਆਂ ਜਾਂਦਾ ਰਹਿੰਦਾ ਸੀ। ਤਾਂ ਉਸਨੇ ਕੇਸ ਦੇ ਦੌਰਾਨ ਜੁਮਨ ਨੂੰ ਕ੍ਰਾਸ ਐਗਜ਼ਾਮਿਨ ਕੀਤਾ, ਬੜੇ ਸਾਰੇ ਕੁਐਸਚਨ ਪੁੱਛੇ ਜੁਮਨ ਨੂੰ। ਤਾਂ ਜੁਮਨ ਦੇ ਉੱਪਰ ਤਾਂ ਹਰ ਇੱਕ ਕੁਐਸਚਨ ਐਂ ਲੱਗ ਰਿਹਾ ਸੀ ਜਿਵੇਂ ਉਸਦੇ ਦਿਲ ਤੇ ਕੋਈ ਵਾਰ ਕਰ ਰਿਹਾ ਹੁੰਦਾ। ਉਹ ਇਹ ਸੋਚ ਰਿਹਾ ਸੀ ਕੇਸ ਦੇ ਦੌਰਾਨ ਕਿ ਅਲਗੂ ਨੂੰ ਹੋ ਕੀ ਗਿਆ, ਸਾਡੀ ਜਿਹੜੀ ਦੋਸਤੀ ਹੁਣ ਕਿਸੇ ਕੰਮ ਨਹੀਂ ਆਏਗੀ।
ਤੇ ਅੰਤ 'ਚ ਉਹੀ ਹੋਇਆ ਜੋ ਜੁਮਨ ਨੂੰ ਡਰ ਲੱਗ ਰਿਹਾ ਸੀ। ਅਲਗੂ ਚੌਧਰੀ ਨੇ ਜੁਮਨ ਸ਼ੇਖ ਨੂੰ ਕਸੂਰਵਾਰ ਠਹਿਰਾਇਆ ਅਤੇ ਕਿਹਾ ਕਿ ਤੈਨੂੰ ਆਪਣੀ ਬੁੱਢੀ ਆਂਟ ਨੂੰ ਮੰਥਲੀ ਅਲਾਊਂਸ ਦੇਣਾ ਚਾਹੀਦਾ ਹੈ, ਕਿਉਂਕਿ ਉਸ ਦੀ ਹਿੱਸੇ ਦੀ ਜ਼ਮੀਨ ਤੋਂ ਇੰਨੀ ਆਮਦਨ ਤਾਂ ਆਂਦੀ ਹੀ ਹੈ। ਤਾਂ ਜੁਮਨ ਬਹੁਤ ਹੀ ਜ਼ਿਆਦਾ ਸਟੰਡ ਰਹਿ ਗਿਆ ਜੀ। ਤਾਂ ਜੁਮਨ ਦੇ ਦਿਲ ਨੂੰ ਬਹੁਤ ਹੀ ਜ਼ਿਆਦਾ ਧੱਕਾ ਲੱਗਿਆ। ਉਸ ਨੂੰ ਇਹ ਲੱਗਿਆ ਕਿ ਮੇਰੇ ਗੂੜੇ ਦੋਸਤ ਨੇ ਮੇਰੇ ਪਿੱਠ 'ਤੇ ਵਾਰ ਕਰਿਆ ਹੈ। ਉਹਨੂੰ ਇਹ ਲੱਗਿਆ ਕਿ ਅੱਜ ਮੌਕਾ ਸੀ ਆਪਣੀ ਦੋਸਤੀ ਦਿਖਾਉਣ ਦਾ, ਪਰ ਇਹ ਗੱਦਾਰੀ ਕਮਾ ਗਿਆ। ਕਿਸਮਤ ਨੂੰ ਵੀ ਉਸ ਨੇ ਕੋਸਿਆ। ਹਾਲਾਂਕਿ ਬਾਕੀ ਸਾਰੇ ਮੈਂਬਰ ਇਸ ਫੈਸਲੇ ਦੀ ਤਾਰੀਫ ਕਰ ਰਹੇ ਸੀ, ਪਰੰਤੂ ਇਸ ਫੈਸਲੇ ਨੇ ਅਲਗੂ ਚੌਧਰੀ ਤੇ ਜੁਮਨ ਸ਼ੇਖ ਦੀ ਦੋਸਤੀ ਦੀ ਬੁਨਿਆਦ ਹਿਲਾਤੀ ਸੀ। ਉਹਨੂੰ ਇੱਕ ਦੂਜੇ ਨਾਲ ਗੱਲ ਨਹੀਂ ਸੀ ਕਰ ਰਹੇ। ਪੁਰਾਣੀ ਦੋਸਤੀ ਜਿਹੜੀ ਇੱਕ ਮਜ਼ਬੂਤ ਦਰਖਤ ਦੀ ਤਰ੍ਹਾਂ ਖੜੀ ਸੀ, ਉਹ ਇੱਕ ਫਸਟ ਬਲਾਸਟ ਆਫ ਟਰੂਥ ਐਕਸਪ੍ਰੈਸ਼ਨ ਚੈਪਟਰ 'ਚ ਆਇਆ ਸੀ। ਸੱਚਾਈ ਦੀ ਹਵਾ ਦਾ ਇੱਕ ਬੁੱਲਾ ਨਹੀਂ ਸੀ ਸਹਾਰ ਸਕੀ। ਹੁਣ ਉਹ ਇੱਕ ਦੂਜੇ ਨੂੰ ਜਦ ਵੀ ਮਿਲਦੇ ਸੀ ਬੜੇ ਫਾਰਮਲ ਹੋ ਕੇ, ਬੜੇ ਰਸਮੀ ਤੌਰ 'ਤੇ ਮਿਲਦੇ ਸੀ, ਤੇ ਮਿਲਦੇ ਵੀ ਐਂ ਸੀ ਜਿਵੇਂ ਕੋਈ ਤਲਵਾਰ ਕਿਸੇ ਢਾਲ ਨੂੰ ਮਿਲਦੀ ਹੋਵੇ। ਇਹ ਸਾਰੀਆਂ ਗੱਲਾਂ ਆਪਾਂ ਚੈਪਟਰ 'ਚ ਪੜ੍ਹੀਆਂ ਨੇ। ਤਾਂ ਅਸੀਂ ਆਨਸਰ ਉੱਥੇ ਹੀ ਲਿਆ ਜੀ ਕਿ ਅਲਗੂ ਚੌਧਰੀ ਵਾਜ਼ ਦਾ ਹੈਡ ਪੰਚ ਇਨ ਦਾ ਕੇਸ ਆਫ ਜੁਮਨ ਐਂਡ ਹਿਜ਼ ਆਂਟ, ਕਿ ਅਲਗੂ ਚੌਧਰੀ ਜੁਮਨ ਅਤੇ ਉਸ ਦੀ ਆਂਟ ਵਾਲੇ ਕੇਸ ਦੇ ਵਿੱਚ ਹੈਡ ਪੰਚ ਸੀ। ਦੋਨਾਂ ਨੇ ਆਪਣੀ ਰਜ਼ਾਮੰਦੀ ਨਾਲ ਅਲਗੂ ਚੌਧਰੀ ਨੂੰ ਹੈਡ ਪੰਚ ਚੁਣਿਆ ਸੀ। ਹੀ ਗੇਵ ਦਾ ਡਿਸੀਜ਼ਨ ਅਗੇਂਸਟ ਜੁਮਨ ਸ਼ੇਖ, ਤਾਂ ਉਸ ਨੇ ਜਿਹੜਾ ਫੈਸਲਾ ਦਿੱਤਾ ਉਹ ਜੁਮਨ ਸ਼ੇਖ ਦੇ ਅਗੇਂਸਟ ਦਿੱਤਾ। ਅਗੇਂਸਟ ਦਾ ਮਤਲਬ ਵਿਰੋਧ 'ਚ, ਕਿ ਜੁਮਨ ਸ਼ੇਖ ਦੇ ਵਿਰੋਧ 'ਚ ਫੈਸਲਾ ਹੋਇਆ। ਸੋ ਇਸ ਕਰਕੇ ਜੁਮਨ ਸ਼ੇਖ ਬਿਕੇਮ ਦਾ ਐਨੀਮੀ ਆਫ ਅਲਗੂ ਚੌਧਰੀ। ਜੁਮਨ ਸ਼ੇਖ ਅਲਗੂ ਚੌਧਰੀ ਦਾ ਦੁਸ਼ਮਣ ਬਣ ਗਿਆ। ਐਨੀਮੀ ਦਾ ਮਤਲਬ ਇੱਥੇ ਦੁਸ਼ਮਣ ਹੈ। ਤਾਂ ਸਟੂਡੈਂਟ ਸਾਡਾ 9th ਕੁਐਸਚਨ ਹੈ ਜੀ ਕਿ ਵਟ ਵਾਜ਼ ਦਾ ਮੈਟਰ ਆਫ ਡਿਸਪਿਊਟ ਬਿਟਵੀਨ ਅਲਗੂ ਚੌਧਰੀ ਐਂਡ ਸਮਝੂ ਸਾਹੂ, ਕਿ ਅਲਗੂ ਚੌਧਰੀ ਅਤੇ ਸਮਝੂ ਸਾਹੂ ਦੇ ਵਿਚਕਾਰ ਝਗੜੇ ਦਾ ਕਿਹੜਾ ਮਾਮਲਾ ਸੀ। ਮੈਟਰ ਆਫ ਡਿਸਪਿਊਟ ਦਾ ਮਤਲਬ ਹੋ ਗਿਆ, ਡਿਸਪਿਊਟ ਦਾ ਮਤਲਬ ਹੋ ਗਿਆ ਬੱਚਿਓ ਝਗੜਾ, ਅਤੇ ਮੈਟਰ ਮਾਮਲੇ ਨੂੰ ਕਿਹਾ ਜਾਂਦਾ ਹੈ। ਕਿ ਅਲਗੂ ਚੌਧਰੀ ਅਤੇ ਸਮਝੂ ਸਾਹੂ ਦੇ ਵਿਚਕਾਰ ਝਗੜੇ ਦਾ ਮਾਮਲਾ ਕਿਹੜਾ ਸੀ, ਉਸ ਦੇ ਬਾਰੇ ਸਾਨੂੰ ਦੱਸਣਾ ਹੈ। ਤਾਂ ਸਟੂਡੈਂਟਸ ਅਸੀਂ ਚੈਪਟਰ ਦੇ ਵਿੱਚ ਪੜ੍ਹਿਆ ਕਿ ਜਦੋਂ ਜੁਮਨ ਸ਼ੇਖ ਵਾਲਾ ਕੇਸ ਹੋਇਆ ਆਪਣੀ ਆਂਟ ਦੇ ਨਾਲ, ਤਾਂ ਉਸ ਤੋਂ 1 ਸਾਲ ਪਹਿਲਾਂ ਹੀ ਅਲਗੂ ਚੌਧਰੀ ਨੇ ਬਟੇਸਰ ਨਾਂ ਦੀ ਜਗ੍ਹਾ ਤੋਂ 2 ਬਹੁਤ ਹੀ ਸੁੰਦਰ ਬਲਦ ਖਰੀਦੇ ਸੀ। ਪਰੰਤੂ ਜੁਮਨ ਸ਼ੇਖ ਵਾਲੇ ਕੇਸ ਤੋਂ 1 ਮਹੀਨੇ ਦੇ ਬਾਅਦ ਹੀ ਇੱਕ ਬਲਦ ਦੀ ਡੈਥ ਹੋ ਗਈ ਸੀ। ਹੁਣ ਦੂਜੇ ਬਲਦ ਦਾ ਅਲਗੂ ਚੌਧਰੀ ਨੂੰ ਜ਼ਿਆਦਾ ਫਾਇਦਾ ਨਹੀਂ ਸੀ। ਤਾਂ ਉਸਦੇ ਪਿੰਡ ਦਾ ਇੱਕ ਸ਼ਾਹੂਕਾਰ ਸੀ ਜੀ ਸਮਝੂ ਸਾਹੂ, ਜੋ ਕਿ ਇੱਕ ਟਰੇਡਰ ਸੀ, ਵਪਾਰੀ ਸੀ। ਉਹ ਸ਼ਹਿਰ ਦੇ ਬਾਜ਼ਾਰ ਗੁੜ ਤੇ ਘੀ ਲੈ ਜਾਂਦਾ ਸੀ ਅਤੇ ਬਦਲੇ 'ਚ ਉਹ ਨਮਕ ਅਤੇ ਤੇਲ ਲੈ ਕੇ ਆਉਂਦਾ ਸੀ, ਜੋ ਕਿ ਪਿੰਡ ਵਾਸੀਆਂ ਨੂੰ ਉਹ ਵੇਚ ਦਿੰਦਾ ਸੀ। ਤਾਂ ਉਸ ਸਮੇਂ ਉਹ ਇੱਕੋ ਹੀ ਗੇੜਾ ਲਾ ਰਿਹਾ ਸੀ ਸ਼ਹਿਰ ਦਾ ਰੋਜ਼। ਤਾਂ ਉਸ ਨੂੰ ਲੱਗਿਆ ਕਿ ਜੇਕਰ ਮੇਰੇ ਕੋਲੇ ਅਲਗੂ ਚੌਧਰੀ ਵਾਲਾ ਜਿਹੜਾ ਬਲਦ ਹੈ ਉਹ ਆ ਜਾਵੇ ਤਾਂ ਮੈਂ 3 ਗੇੜੇ ਲਗਾ ਸਕਦਾ। ਤਾਂ ਉਸਨੇ ਅਲਗੂ ਚੌਧਰੀ ਤੋਂ ਉਹ ਵਾਲਾ ਬਲਦ ਖਰੀਦ ਲਿਆ, ਇਹ ਕਹਿ ਕੇ ਕਿ ਮੈਂ ਮਹੀਨੇ ਬਾਅਦ ਇਸ ਦੇ ਪੈਸੇ ਤੈਨੂੰ ਦੇ ਦੂੰਗਾ। ਪਰੰਤੂ ਬਹੁਤ ਹੀ ਕੰਜੂਸ ਪ੍ਰਵਿਰਤੀ ਦਾ ਇਨਸਾਨ ਸੀਗਾ ਜੀ ਸਮਝੂ ਸਾਹੂ। ਉਹਨੇ 3 ਦੀ ਬਜਾਏ 4 ਗੇੜੇ ਲਾਣੇ ਸ਼ੁਰੂ ਕਰਤੇ, ਤੇ ਹੁਣ ਉਹ ਬਲਦ ਨੂੰ ਪ੍ਰੋਪਰ ਖਾਣਾ ਵੀ ਨਹੀਂ ਸੀ ਦੇ ਰਿਹਾ, ਉਸ ਦੀ ਦੇਖਭਾਲ ਵੀ ਨਹੀਂ ਸੀ ਕਰ ਰਿਹਾ, ਈਵਨ ਕਿ ਉਸ ਨੂੰ ਪ੍ਰੋਪਰ ਰੈਸਟ ਕਰਨ ਨੂੰ ਵੀ ਸਮਾਂ ਨਹੀਂ ਸੀ ਦੇ ਰਿਹਾ। ਤੇ ਇੱਕ ਦਿਨ ਕੀ ਹੋਇਆ, ਜਦੋਂ ਉਹ ਚੌਥਾ ਗੇੜਾ ਲਾ ਰਿਹਾ ਸੀ ਤਾਂ ਬਲਦ ਤੋਂ ਭਾਰ ਚੱਕਿਆ ਨਹੀਂ ਗਿਆ। ਉਸ ਦਿਨ ਉਸਨੇ ਗੱਡਾ ਵੀ ਜ਼ਿਆਦਾ ਲੱਦ ਲਿਆ, ਤੇ ਜਦੋਂ ਉਸਨੇ ਉਸ ਦੀ ਮਾਰ ਕੁਟਾਈ ਕੀਤੀ ਬਲਦ ਦੀ, ਤਾਂ ਬਲਦ ਕੋਲੈਪਸ ਕਰ ਗਿਆ, ਉਸ ਦੀ ਡੈਥ ਹੋ ਗਈ। ਅਤੇ ਸਮਝੂ ਸਾਹੂ ਜੋ ਕਿ ਉਸ ਸਮੇਂ ਮਾਰਕੀਟ ਤੋਂ ਪਿੰਡ ਵੱਲ ਆ ਰਿਹਾ ਸੀ, ਤਾਂ ਰਾਤ ਉਸ ਨੂੰ ਆਪਣੇ ਗੱਡੇ 'ਤੇ ਬਿਤਾਉਣੀ ਪਈ। ਤੇ ਰਾਤ ਨੂੰ ਉਸੇ ਗੱਡੇ ਤੋਂ ਚੋਰੀ ਹੋ ਗਈ ਜੀ। 250 ਰੁਪਏ ਨਿਕਲ ਗਏ ਉਸਦੇ ਕਮਰਬੰਦ 'ਚੋਂ। ਕਈ ਘੀ ਦੇ ਟੀਨ ਦੇ ਪਿੱਪੇ ਅਤੇ ਨਮਕ ਦੀਆਂ ਬੋਰੀਆਂ ਉਸ ਦੀਆਂ ਚੋਰੀ ਹੋ ਗਈਆਂ। ਉਸਦਾ ਆਪਣਾ ਕਾਫੀ ਨੁਕਸਾਨ ਹੋਇਆ। ਉਸਨੇ ਤੇ ਉਸਦੀ ਘਰਵਾਲੀ ਨੇ ਸਾਰਾ ਕਸੂਰ ਅਲਗੂ ਚੌਧਰੀ 'ਤੇ ਕੱਢਿਆ ਕਿ ਸਾਨੂੰ ਉਸਨੇ ਮਾੜਾ ਬਲਦ ਦਿੱਤਾ, ਜਿਸ ਕਰਕੇ ਸਾਨੂੰ ਇੰਨਾ ਨੁਕਸਾਨ ਹੋਇਆ। ਕਈ ਮਹੀਨੇ ਬੀਤ ਗਏ ਜੀ, ਸਮਝੂ ਸਾਹੂ ਨੇ ਪੈਸੇ ਦਿੱਤੇ ਨਹੀਂ ਅਲਗੂ ਚੌਧਰੀ ਨੂੰ ਬਲਦ ਦੇ। ਤਾਂ ਜਦੋਂ ਅਲਗੂ ਨੇ ਸਮਝੂ ਤੋਂ ਪੈਸੇ ਮੰਗੇ ਤਾਂ ਉਸਨੇ ਕਿਹਾ ਕਿ ਤੂੰ ਤਾਂ ਮੈਨੂੰ ਸਿੱਖ ਬਲਦ ਦਿੱਤਾ ਸੀ, ਤਾਂ ਤੂੰ ਹੁਣ ਮੇਰੇ ਤੋਂ ਪੈਸੇ ਦੀ ਆਸ ਕਰਦਾ। ਮੇਰੀ ਆਪਣੀ ਜ਼ਿੰਦਗੀ ਦੀ ਸਾਰੀ ਬਚਤ ਕਮਾਈ ਚੋਰੀ ਹੋ ਗਈ, ਤਾਂ ਮੈਂ ਤੈਨੂੰ ਪੈਸੇ ਕਿੱਥੇ ਦੇ ਸਕਦਾ। ਤਾਂ ਬਸ ਇਹੀ ਝਗੜੇ ਦਾ ਕਾਰਨ ਸੀਗਾ ਜੀ, ਜਿਸ ਕਰਕੇ ਉਹਨਾਂ ਦੋਨਾਂ ਦਾ ਮਸਲਾ ਪੰਚਾਇਤ 'ਚ ਗਿਆ ਸੀ। ਤਾਂ ਅਸੀਂ ਉੱਥੋਂ ਹੀ ਆਨਸਰ ਇਹ ਲਿਆ ਹੈ ਕਿ ਸਮਝੂ ਸਾਹੂ ਬੌਟ ਐਨ ਔਕਸ ਫਰੋਮ ਅਲਗੂ ਚੌਧਰੀ। ਸਮਝੂ ਸਾਹੂ ਨੇ ਖਰੀਦਿਆ ਸੀ ਜੀ ਇੱਕ ਔਕਸ। ਔਕਸ ਇੱਥੇ ਬਲਦ ਨੂੰ ਹੀ ਕਿਹਾ ਗਿਆ। ਇੱਕ ਬਲਦ ਖਰੀਦਿਆ ਅਲਗੂ ਚੌਧਰੀ ਤੋਂ। ਹੀ ਪ੍ਰੋਮਿਸ ਟੂ ਪੇ ਫॉर ਇਟ ਵਿਦਿਨ ਅ ਮੰਥ। ਤਾਂ ਉਸ ਨੇ ਪ੍ਰੋਮਿਸ ਕੀਤਾ, ਹੀ ਦਾ ਮਤਲਬ ਇੱਥੇ ਸਮਝੂ ਸਾਹੂ ਤੋਂ ਹੀ ਹੈ। ਤਾਂ ਉਸਨੇ ਵਾਅਦਾ ਕੀਤਾ ਕਿ ਉਹ ਇਸ ਦੀ ਪੇਮੈਂਟ ਕਰੇਗਾ। ਇਟ ਦਾ ਮਤਲਬ ਇੱਥੇ ਔਕਸ ਹੋ ਗਿਆ ਜੀ, ਕਿ ਉਹ ਔਕਸ ਦੀ ਪੇਮੈਂਟ ਕਰੇਗਾ, ਉਸਦੇ ਪੈਸੇ ਦੇ ਦੇਗਾ ਵਿਦਿਨ ਅ ਮੰਥ, 1 ਮਹੀਨੇ ਦੇ ਦੌਰਾਨ। ਬਟ ਦਾ ਔਕਸ ਡਾਈਡ, ਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਬਲਦ ਦੀ ਮੌਤ ਹੋ ਗਈ। ਐਂਡ ਸਮਝੂ ਸਾਹੂ ਰਿਫਿਊਜ਼ ਟੂ ਪੇ ਦੀ ਪ੍ਰਾਈਸ ਆਫ ਦਾ ਔਕਸ। ਅਤੇ ਸਮਝੂ ਸਾਹੂ ਨੇ ਇਨਕਾਰ ਕਰ ਦਿੱਤਾ। ਰਿਫਿਊਜ਼ ਦਾ ਮਤਲਬ ਇਨਕਾਰ ਕਰਨਾ। ਕਾਹਦੇ ਲਈ ਇਨਕਾਰ ਕੀਤਾ ਜੀ?
ਕਿ ਉਹ ਬਲਦ ਦੀ ਕੀਮਤ ਅਦਾ ਨਹੀਂ ਕਰੇਗਾ। ਤਾਂ ਇਹ ਕਾਰਨ ਸੀਗਾ ਜੀ ਅਲਗੂ ਚੌਧਰੀ ਤੇ ਸਮਝੂ ਸਾਹੂ ਦੇ ਵਿਚਕਾਰ ਝਗੜੇ ਦਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਸਟੂਡੈਂਟ, ਸਾਡਾ ਲਾਸਟ ਕੁਐਸਚਨ ਹੈ, ਇਹ ਵੀ ਇੰਪੋਰਟੈਂਟ ਕੁਐਸਚਨ ਹੈ ਕਿ ਹਾਊ ਡਿਡ ਅਲਗੂ ਚੌਧਰੀ ਐਂਡ ਜੁਮਨ ਸ਼ੇਖ ਬਿਕਮ ਫਰੈਂਡਸ ਅਗੇਨ, ਕਿ ਕਿਵੇਂ ਅਲਗੂ ਚੌਧਰੀ ਅਤੇ ਜੁਮਨ ਸ਼ੇਖ ਦੁਬਾਰਾ ਦੋਸਤ ਬਣ ਗਏ। ਇੱਕ ਵਾਰੀ ਤਾਂ ਦੇਖੋ ਦੋਸਤੀ ਟੁੱਟ ਗਈ ਸੀ, ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ। ਜਦੋਂ ਜੁਮਨ ਸ਼ੇਖ ਦਾ ਆਪਣੀ ਆਂਟ ਦੇ ਨਾਲ ਕੇਸ ਚੱਲਿਆ ਸੀ ਅਤੇ ਉਸ ਕੇਸ ਦੇ ਵਿੱਚ ਅਲਗੂ ਨੇ ਜਿਹੜਾ ਫੈਸਲਾ ਜੁਮਨ ਦੇ ਖਿਲਾਫ ਦਿੱਤਾ ਸੀ, ਤਾਂ ਉਸ ਤੋਂ ਬਾਅਦ ਤਾਂ ਜੁਮਨ ਅਲਗੂ ਦਾ ਕੱਟੜ ਦੁਸ਼ਮਣ ਬਣ ਗਿਆ ਸੀ। ਪਰੰਤੂ ਬਾਅਦ ਵਿੱਚ ਅਜਿਹਾ ਕੀ ਹੋਇਆ ਕਿ ਇਹ ਦੋਵੇਂ ਦੁਬਾਰਾ ਅੱਛੇ ਫਰੈਂਡਸ ਬਣ ਗਏ। ਤਾਂ ਸਟੂਡੈਂਟ, ਜਦੋਂ ਅਲਗੂ ਚੌਧਰੀ ਤੇ ਸਮਝੂ ਸਾਹੂ ਦਾ ਕੇਸ ਪੰਚਾਇਤ 'ਚ ਜਾਂਦਾ ਹੈ ਤਾਂ ਉੱਥੇ ਉਹਨਾਂ ਦੋਨਾਂ ਜਣਿਆਂ ਨੇ ਹੈੱਡ ਪੰਚ ਦਾ ਚੁਣਨਾ ਹੀ ਸੀ। ਤਾਂ ਜਦੋਂ ਰਾਮਧਨ ਮਿਸ਼ਰ ਅਲਗੂ ਚੌਧਰੀ ਨੂੰ ਕਹਿੰਦਾ ਕਿ ਤੂੰ ਕਿਸੇ ਵੀ ਪਰਸਨ ਨੂੰ ਹੈੱਡ ਪੰਚ ਨੋਮੀਨੇਟ ਕਰ ਸਕਦਾ ਹੈ, ਤਾਂ ਉਹ ਇਹ ਫੈਸਲਾ ਸਮਝੂ ਸਾਹੂ 'ਤੇ ਛੱਡ ਦਿੰਦਾ ਹੈ। ਸਮਝੂ ਸਾਹੂ ਨੂੰ ਪਤਾ ਹੁੰਦਾ ਹੈ ਕਿ ਜੁਮਨ ਸ਼ੇਖ ਅਲਗੂ ਚੌਧਰੀ ਦਾ ਕੱਟੜ ਦੁਸ਼ਮਣ ਹੈ, ਤਾਂ ਉਹ ਜੁਮਨ ਸ਼ੇਖ ਦਾ ਨਾਮ ਪ੍ਰਪੋਜ਼ ਕਰ ਦਿੰਦਾ ਹੈ। ਇੱਕ ਵਾਰੀ ਤਾਂ ਅਲਗੂ ਡਰ ਜਾਂਦਾ ਹੈ ਕਿ ਜੁਮਨ ਸ਼ੇਖ ਦਾ ਨਾਮ ਹੈੱਡ ਪੰਚ ਦੇ ਪ੍ਰਪੋਜ਼ ਹੋ ਗਿਆ, ਪਰ ਫਿਰ ਵੀ ਉਹ ਸਬਰ ਨਾਲ ਜੁਮਨ ਸ਼ੇਖ ਨੂੰ ਆਪਣਾ ਹੈੱਡ ਪੰਚ ਮੰਨ ਲੈਂਦਾ ਹੈ। ਪਰੰਤੂ ਜਿਵੇਂ ਹੀ ਜੁਮਨ ਸ਼ੇਖ ਨੂੰ ਹੈੱਡ ਪੰਚ ਬਣਾਇਆ ਜਾਂਦਾ ਹੈ ਤਾਂ ਸੈਂਸ ਆਫ ਰਿਸਪੌਂਸਿਬਿਲਿਟੀ, ਅਸੀਂ ਇਹ ਐਕਸਪ੍ਰੈਸ਼ਨ ਬੱਚਿਓ ਐਕਸਪਲੇਨੇਸ਼ਨ 'ਚ ਪੜ੍ਹਿਆ ਸੀ, ਤਾਂ ਜੁਮਨ ਸ਼ੇਖ ਨੂੰ ਇੱਕ ਸੈਂਸ ਆਫ ਰਿਸਪੌਂਸਿਬਿਲਿਟੀ ਦਾ ਅਹਿਸਾਸ ਹੁੰਦਾ ਹੈ। ਉਸ ਨੂੰ ਲੱਗਦਾ ਹੈ ਕਿ ਅੱਜ ਮੈਂ ਜਸਟਿਸ ਅਤੇ ਧਰਮ ਦੇ ਇੱਕ ਉੱਚੇ ਮੁਕਾਮ 'ਤੇ ਬੈਠਾ ਹਾਂ, ਮੇਰੇ ਮੂੰਹੋਂ ਜੋ ਵੀ ਨਿਕਲੂਗਾ ਉਹ ਪਰਮਾਤਮਾ ਦੇ ਕਹੇ ਹੋਏ ਸ਼ਬਦ ਮੰਨੇ ਜਾਣਗੇ, ਤਾਂ ਮੈਂ ਸੱਚ ਤੋਂ 1 ਇੰਚ ਵੀ ਇੱਧਰ ਉੱਧਰ ਨਹੀਂ ਡੋਲੂੰਗਾ। ਇਹ ਸਾਰੀਆਂ ਗੱਲਾਂ ਆਪਾਂ ਐਕਸਪਲੇਨੇਸ਼ਨ 'ਚ ਪੜ੍ਹੀਆਂ। ਤਾਂ ਕਾਫੀ ਆਰਗੂਮੈਂਟਸ ਹੁੰਦੇ ਆ ਜੀ ਦੋਨਾਂ ਧੜਿਆਂ 'ਚ। ਆਲਮੋਸਟ ਸਾਰੇ ਪੰਚ ਮੈਂਬਰ ਇਸ ਨਤੀਜੇ 'ਤੇ ਪਹੁੰਚ ਜਾਂਦੇ ਨੇ ਕਿ ਸਮਝੂ ਸਾਹੂ ਨੂੰ ਬਲਦ ਦੇ ਪੈਸੇ ਦੇਣੇ ਚਾਹੀਦੇ ਨੇ। ਪਰੰਤੂ 2 ਪੰਚ ਮੈਂਬਰ ਅਜਿਹੇ ਵੀ ਹੁੰਦੇ ਨੇ ਜੋ ਇਹ ਕਹਿੰਦੇ ਨੇ ਕਿ ਸਮਝੂ ਸਾਹੂ ਦਾ ਚੋਰੀ ਕਰਕੇ ਕਾਫੀ ਲੋਸ ਹੋਇਆ, ਤਾਂ ਉਸ ਨੂੰ ਥੋੜ੍ਹੀ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ। ਤਾਂ ਅੰਤ 'ਚ ਫਿਰ ਜੁਮਨ ਸ਼ੇਖ ਫੈਸਲਾ ਸੁਣਾ ਦਿੰਦਾ ਹੈ ਕਿ ਸਮਝੂ ਸਾਹੂ ਤੈਨੂੰ ਅਲਗੂ ਚੌਧਰੀ ਨੂੰ ਪੈਸੇ ਦੇਣੇ ਪੈਣਗੇ। ਤੇ ਵਿੱਚੋਂ ਦੀ ਫਿਰ ਇੱਕ ਪੰਚ ਮੈਂਬਰ ਝਗੜੂ ਸਾਹੂ ਉਹ ਕਹਿੰਦਾ ਹੈ ਕਿ ਸਮਝੂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੋਣਾ ਚਾਹੀਦਾ, ਉਸ ਨੂੰ ਥੋੜ੍ਹੀ ਕੰਪਨਸੇਸ਼ਨ, ਉਸ ਨੂੰ ਥੋੜ੍ਹੀ ਛੂਟ ਮਿਲਣੀ ਚਾਹੀਦੀ ਹੈ। ਤਾਂ ਉੱਥੇ ਵੀ ਜੁਮਨ ਬਹੁਤ ਅੱਛਾ ਫੈਸਲਾ ਦਿੰਦਾ ਹੈ। ਉਹ ਕਹਿੰਦਾ ਇਹ ਅਲਗੂ ਚੌਧਰੀ 'ਤੇ ਡਿਪੈਂਡ ਕਰਦਾ ਹੈ ਕਿ ਜੇਕਰ ਅਲਗੂ ਚੌਧਰੀ ਨੂੰ ਲੱਗਦਾ ਹੈ ਕਿ ਇਸ ਦਾ ਨੁਕਸਾਨ ਹੋਇਆ ਹੈ ਤਾਂ ਉਹ ਸਮਝੂ ਤੋਂ ਥੋੜ੍ਹੇ ਘੱਟ ਪੈਸੇ ਲੈ ਸਕਦਾ, ਪਰ ਇਹ ਸਾਰੀ ਗੱਲ ਅਲਗੂ 'ਤੇ ਡਿਪੈਂਡ ਕਰਦੀ ਹੈ। ਤਾਂ ਇੱਕ ਬਹੁਤ ਹੀ ਵਧੀਆ ਡਿਸੀਜ਼ਨ ਲਿਆ ਜਾਂਦਾ ਹੈ ਜੀ ਜੁਮਨ ਸ਼ੇਖ ਵੱਲੋਂ, ਜਿਸ ਦੀ ਜੈ ਜੈਕਾਰ ਹੁੰਦੀ ਹੈ। ਸਾਨੂੰ ਪਤਾ ਹੈ ਅਲਗੂ ਗੋਡ ਬਲੈਸ ਦਾ ਸਰਪੰਚ ਕਹਿੰਦਾ ਹੈ, ਅਤੇ ਉਸ ਦੇ ਨਾਲ ਜਿਹੜਾ ਸਾਰਾ ਕਰਾਊਡ ਉੱਥੇ ਜਮ੍ਹਾਂ ਹੋਇਆ ਹੁੰਦਾ ਹੈ ਉਹ ਵੀ ਜੁਮਨ ਸ਼ੇਖ ਨੂੰ ਗੋਡ ਬਲੈਸ ਦਾ ਸਰਪੰਚ ਕਹਿੰਦੇ ਹੈ। ਅਤੇ ਇਸ ਘਟਨਾ ਤੋਂ ਬਾਅਦ ਜੁਮਨ ਸ਼ੇਖ ਅਲਗੂ ਚੌਧਰੀ ਨੂੰ ਆ ਕੇ ਇੰਬਰੇਸ ਕਰਦਾ ਹੈ, ਗਲਵੱਕੜੀ 'ਚ ਲੈਂਦਾ ਹੈ, ਅਤੇ ਇਹ ਗੱਲ ਮੰਨਦਾ ਹੈ ਕਿ ਮੇਰੇ ਵਾਲੇ ਕੇਸ ਤੋਂ ਬਾਅਦ ਮੈਂ ਤੇਰਾ ਕੱਟੜ ਦੁਸ਼ਮਣ ਬਣ ਗਿਆ ਸੀ, ਪਰੰਤੂ ਅੱਜ ਜਦੋਂ ਮੈਂ ਹੈੱਡ ਪੰਚ ਦੇ ਅਹੁਦੇ 'ਤੇ ਬੈਠਿਆ ਤਾਂ ਮੈਨੂੰ ਲੱਗਿਆ ਕਿ ਮੈਂ ਨਾ ਤਾਂ ਕਿਸੇ ਦਾ ਦੋਸਤ ਹੈ ਨਾ ਹੀ ਕਿਸੇ ਦਾ ਦੁਸ਼ਮਣ, ਸਿਵਾਏ ਨਿਆਂ ਤੋਂ ਪੰਚ ਨੂੰ ਹੋਰ ਕੁਝ ਵੀ ਨਹੀਂ ਦੇਖਣਾ ਚਾਹੀਦਾ। ਅੱਜ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਜਿਹੜਾ ਗੋਡ ਹੈ ਇਹ ਪੰਚਾਂ ਦੇ ਮੂੰਹੋਂ ਬੋਲਦਾ ਹੈ। ਤਾਂ ਇੱਥੇ ਹੀ ਸਾਡੀ ਸਟੋਰੀ ਖਤਮ ਹੁੰਦੀ ਹੈ ਅਤੇ ਇਹ ਦੋਨੇ ਪੁਰਾਣੇ ਯਾਰ ਫੇਰ ਪੱਕੇ ਦੋਸਤ ਬਣ ਜਾਂਦੇ ਨੇ। ਤਾਂ ਅਸੀਂ ਸਟੂਡੈਂਟਸ ਆਨਸਰ ਉੱਥੋਂ ਹੀ ਲਿਆ। ਤਾਂ ਅਸੀਂ ਇਸ ਨੂੰ ਸਿੰਪਲ ਕਰਕੇ ਲਿਖਿਆ ਕਿ ਜੁਮਨ ਸ਼ੇਖ ਵਾਜ਼ ਦਾ ਹੈੱਡ ਪੰਚ ਇਨ ਦਾ ਕੇਸ ਆਫ ਅਲਗੂ ਚੌਧਰੀ ਐਂਡ ਸਮਝੂ ਸਾਹੂ, ਕਿ ਜੁਮਨ ਸ਼ੇਖ ਹੈੱਡ ਪੰਚ ਸੀ, ਉਹ ਸਰਪੰਚ ਬਣ ਗਿਆ ਸੀ, ਦੋਵੇਂ ਧਿਰ ਰਾਜ਼ੀ ਹੋ ਗਏ ਸੀ। ਕਿਹੜੇ ਕੇਸ ਵਿੱਚ ਜੀ? ਅਲਗੂ ਚੌਧਰੀ ਅਤੇ ਸਮਝੂ ਸਾਹੂ ਦੇ ਕੇਸ ਵਿੱਚ। ਹੀ ਗੇਵ ਦਾ ਡਿਸੀਜ਼ਨ ਇਨ ਅਲਗੂ ਚੌਧਰੀਜ਼ ਫੇਵਰ। ਤਾਂ ਹੁਣ ਇੱਥੇ ਹੀ ਦਾ ਮਤਲਬ ਜੁਮਨ ਸ਼ੇਖ ਹੈ ਕਿ ਉਹ ਜੁਮਨ ਸ਼ੇਖ ਅਲਗੂ ਚੌਧਰੀ ਦੀ ਫੇਵਰ ਦੇ ਵਿੱਚ ਡਿਸੀਜ਼ਨ ਦੇ ਦਿੰਦਾ ਹੈ, ਉਸ ਦੇ ਹੱਕ ਵਿੱਚ। ਫੇਵਰ ਦਾ ਮਤਲਬ ਇੱਥੇ
ਹੱਕ ਕਹਿ ਸਕਦੇ ਹੋ ਕਿ ਉਸ ਦੇ ਹੱਕ ਵਿੱਚ ਆਪਣਾ ਫੈਸਲਾ ਸੁਣਾ ਦਿੰਦਾ ਹੈ। ਇਟ ਵਾਜ਼ ਅ ਫੇਅਰ ਡਿਸੀਜਨ, ਤਾਂ ਇਹ ਇੱਕ ਵਧੀਆ ਡਿਸੀਜਨ ਸੀ। ਫੇਅਰ ਦਾ ਮਤਲਬ ਵਧੀਆ, ਮੈਂ ਦੱਸ ਚੁੱਕਿਆ ਕਿ ਉਸ ਦੇ ਫੈਸਲੇ ਦੀ ਬਹੁਤ ਹੀ ਜੈ ਜੈਕਾਰ ਹੁੰਦੀ ਹੈ। ਸਾਰਾ ਪਿੰਡ ਗੋਡ ਬਲੈਸ ਦਾ ਸਰਪੰਚ, ਗੋਡ ਬਲੈਸ ਦਾ ਸਰਪੰਚ ਬੋਲਦਾ ਹੈ। ਸੋ ਇਸ ਕਰਕੇ ਦੇ ਬਿਕਮ ਫਰੈਂਡਸ ਅਗੇਨ, ਉਹ ਦੋਵੇਂ ਦੁਬਾਰਾ ਦੋਸਤ ਬਣ ਜਾਂਦੇ ਨੇ। ਇੱਥੇ ਦੇ ਕਿਸ ਨੂੰ ਕਿਹਾ ਗਿਆ ਹੈ? ਜੁਮਨ ਸ਼ੇਖ ਅਤੇ ਅਲਗੂ ਚੌਧਰੀ। ਤਾਂ ਸਟੂਡੈਂਟਸ, ਇਸੇ ਦੇ ਨਾਲ ਸਾਡੇ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨ ਖਤਮ ਹੁੰਦੇ ਨੇ। ਮੈਨੂੰ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੇ ਆਨਸਰਸ ਸਮਝ ਆ ਗਏ ਹੋਣਗੇ। ਜੇਕਰ ਫਿਰ ਵੀ ਤੁਹਾਡਾ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਜਿਵੇਂ ਕਿ ਬੱਚਿਓ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਮੈਂ ਇਸ ਚੈਪਟਰ ਦੇ ਨਾਲ ਰਿਲੇਟਡ 2 ਕੁਇਜ਼ ਬਣਾਏ ਹੋਏ ਨੇ। ਮੈਂ ਉਹਨਾਂ ਦੋਨੇ ਕੁਇਜ਼ ਦੇ ਜਿਹੜੇ ਲਿੰਕਸ ਨੇ ਉਹ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪ੍ਰੋਵਾਈਡ ਕਰ ਰਿਹਾ ਹਾਂ, ਅਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਉਹ ਦੋਨੇ ਲਿੰਕਸ 'ਤੇ ਜਾ ਕੇ ਇਹ ਕੁਇਜ਼ ਅਟੈਂਪਟ ਕਰੋ। ਮੈਂ ਉਸ ਦੀ ਫੀਡਬੈਕ ਤੁਹਾਨੂੰ ਨਾਲ ਦੀ ਨਾਲ ਪ੍ਰੋਵਾਈਡ ਕਰਾਂਗਾ। ਵੀਡੀਓ ਦੇ ਐਂਡ 'ਤੇ ਮੈਂ ਤੁਹਾਨੂੰ ਮੇਰੇ ਦੁਆਰਾ ਬਣਾਏ ਹੋਏ +1 ਕਲਾਸ ਇੰਗਲਿਸ਼ ਕੰਪਲਸਰੀ ਦੀਆਂ ਸਟੋਰੀਜ਼ ਦੇ ਹੋਰ ਬਹੁਤ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਦੇ ਲਿੰਕ ਸਕਰੀਨ ਦੇ ਉੱਪਰ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸੇ ਚੈਪਟਰ ਦੇ ਲੌਂਗ ਆਨਸਰ ਟਾਈਪ ਕੁਐਸਚਨਸ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ, ਧੰਨਵਾਦ।